ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਅੱਜ ਦੀਆਂ ਜਿਹੜੀਆਂ ਪੋਲੀਟੀਕਲ ਚਰਚਾਵਾਂ ਨੇ ਜਾਂ ਪੋਲੀਟੀਕਲ ਕੁਝ ਐਸੇ ਸੂਚਨਾਵਾਂ ਨੇ, ਅੱਜ ਉਹਦੇ ਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਜੇਕਰ ਪੰਜਾਬ ਨਾਲ ਜੁੜੀਆਂ ਗੱਲਾਂ, ਕਹਿੰਦੇ ਨੇ ਪੰਜਾਬ ਹਰਿਆਣੇ ਦੇ ਚੀਫ ਮਿਨਿਸਟਰ ਨੇ ਰਾਧਾ ਸਵਾਮੀ ਡੇਰਾ ਮੁਖੀ ਨਾਲ ਤਾਂ ਮੁਲਾਕਾਤ ਕਰਨ 'ਚ ਸਫਲ ਵੀ ਹੋ ਗਏ ਨੇ। ਸੁਣਿਆ ਉਹਨਾਂ ਦੀ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਵੀ ਕੋਈ ਅਪੁਆਇੰਟਮੈਂਟ ਫਿਕਸ ਹੋਈ ਤੇ ਉਸ ਤੋਂ ਬਾਅਦ ਉਹ ਸਿਰੇ ਨਹੀਂ ਚੜ੍ਹ ਸਕੀ। ਉਹਦੇ ਵੀ ਵੱਖ-ਵੱਖ ਰੀਜਨ ਹੋ ਸਕਦੇ ਨੇ। ਖੱਟਰ ਸਾਹਿਬ ਬੀਂਗ ਚੀਫ ਮਿਨਿਸਟਰ ਵੱਖ-ਵੱਖ ਡੇਰੇ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਦੇ ਨੇ, ਕੀ ਇਹਨਾਂ ਦੇ ਪਿੱਛੇ ਮਕਸਦ ਹੋ ਸਕਦੇ ਨੇ। ਔਰ ਦੂਸਰੀ ਗੱਲ ਤੇ ਇਹਦੇ ਤੋਂ ਇਲਾਵਾ ਪੋਲਿਟਿਕਸ, ਖਾਸ ਤੌਰ ਤੇ ਇੰਡੀਆ ਅਲਾਇੰਸ ਵਰਸਜ ਐਨਡੀਏ ਜਾਂ ਕਹੋ ਬੀਜੇਪੀ ਕਹੋ, ਤੇ ਉਹਦੇ ਬਾਰੇ ਇੱਕ ਪੂਰਾ ਮਾਹੌਲ ਚੱਲ ਰਿਹਾ। 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ ਔਰ ਇਹ ਵੀ ਚੱਲ ਰਿਹਾ ਕਿ ਜਿਹੜੀ 18 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਪਾਰਲੀਮੈਂਟ ਦਾ ਸੈਸ਼ਨ, ਹੋ ਸਕਦਾ ਉਹਦੇ 'ਚ ਉਹ ਚੋਣਾਂ ਤੇ ਪਾਰਲੀਮੈਂਟ ਦੀਆਂ ਚੋਣਾਂ ਇਕੱਠੀਆਂ ਕਰਾਉਣ ਦਾ ਵੀ ਕੋਈ ਤਰੀਕਾ, ਇੱਕ ਸੰਕੇ ਲੋਕ ਪ੍ਰਗਟ ਕਰ ਰਹੇ ਨੇ ਕਿ ਇਹੋ ਜਿਹਾ ਕੋਈ ਸਿਸਟਮ ਹੋ ਸਕਦਾ ਸੰਵਿਧਾਨਕ ਸੋਧ ਦੇ ਰੂਪ 'ਚ ਕਾਨੂੰਨ ਦੇ ਮਾਮਲੇ ਦੇ ਵਿੱਚ। ਤੇ ਬਾਕੀ ਪਾਰਲੀਮੈਂਟ ਦੇ ਵਿੱਚ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਕਿਸ ਕਿਰਦਾਰ ਦੇ ਲੋਕ ਪਾਰਲੀਮੈਂਟ 'ਚ ਅਸੀਂ ਭੇਜਦੇ ਹਾਂ, ਕਿਹੋ ਜਿਹਾ ਉਹਨਾਂ ਦਾ ਚਾਲ ਚੱਲਣ ਹੈ, ਉਹਦੇ ਬਾਰੇ ਵੀ ADR ਜਿਹੜੀ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ, ਉਹ ਬਾਰ-ਬਾਰ ਆਪਣੀਆਂ ਰਿਪੋਰਟਾਂ ਜਾਰੀ ਕਰਦੀ ਰਹਿੰਦੀ ਹੈ। ਤੇ ਇਸ ਵਾਰ ਉਹਨੇ ਮਤਲਬ ਨਵੇਂ ਕਾਫੀ ਖੁਲਾਸੇ ਕੀਤੇ ਨੇ ਤੇ ਜਿਹੜੇ ਈਵਨ ਕ੍ਰਿਮੀਨਲ ਪਰਚੇ ਵਾਲੇ ਦਰਜ ਵਾਲੇ ਬੰਦੇ ਉਹ 40% ਹੋ ਗਏ ਨੇ ਕਹਿੰਦੇ ਪਾਰਲੀਮੈਂਟ ਦੇ ਵਿੱਚ MP ਜਿਹੜੇ ਨੇ, ਔਰ 25-26% ਉਹਨਾਂ ਚੋਂ ਬੜੇ ਹਾਰਡ ਜਿਹੜੇ ਬਹੁਤ ਹੀ ਗੰਭੀਰ ਕਿਸਮ ਦੇ ਪਰਚੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਔਰਤਾਂ ਦੇ ਖਿਲਾਫ ਅਪਰਾਧ, ਮਰਡਰ ਕੇਸ, ਕਿਸੇ ਨੂੰ ਕਿਡਨੈਪ ਕਰਨ ਦੇ, ਉਹੇ ਜਿਹੇ ਵੀ ਪਰਚੇ ਦਰਜ ਨੇ। ਇਹਨਾਂ ਸਾਰੀਆਂ ਗੱਲਾਂ ਤੇ ਗੱਲ ਕਰਾਂਗੇ ਤੇ ਸਾਡੇ ਨਾਲ ਅੱਜ ਪ੍ਰੋਫੈਸਰ ਜਗਰੂਪ ਸੇਖੋਂ ਜੀ ਨੇ, ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਵਾਬਸਤਾ ਰਹੇ ਤੇ ਪੂਰੇ ਜਿਹੜਾ ਇਲੈਕਟੋਰਲ ਮਤਲਬ ਸਿਸਟਮ ਹੁੰਦਾ ਸਾਰਾ ਉਹ ਸਾਡੇ ਨਾਲ ਦਿਖਾਈ ਦਿੰਦਾ ਉਸ ਪੱਧਰ ਤੇ ਦੂਸਰੇ ਸਰਦਾਰ ਜਗਤਾਰ ਸਿੰਘ ਜੀ, ਜਿਹੜੇ ਲਗਾਤਾਰ ਆਪਾਂ ਚਰਚਾ ਕਰਦੇ ਆ, ਸੀਨੀਅਰ ਜਰਨਲਿਸਟ ਤੇ ਇਤਿਹਾਸਕਾਰ ਨੇ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸਭ ਤੋਂ ਪਹਿਲਾਂ ਜਗਤਾਰ ਸਿੰਘ ਜੀ, ਜੇ ਇੱਥੋਂ ਹੀ ਸ਼ੁਰੂ ਕਰੀਏ, ਜਿਹੜੀ ਆਪਣੇ ਨੇੜੇ ਬਿਲਕੁਲ ਵਾਪਰਦੀ ਘਟਨਾ ਹੈ, ਕਹਿੰਦੇ ਨੇ ਹਰਿਆਣੇ ਇਹ ਤਾਂ ਖਬਰਾਂ ਛਪੀਆਂ ਨੇ, ਕਹਿੰਦੇ ਨੇ ਖੱਟਰ ਸਾਹਿਬ ਨੇ ਮੁਲਾਕਾਤ ਕੀਤੀ ਹੈ ਰਾਧਾ ਸਵਾਮੀ ਹੈਡ ਨਾਲ। ਨਾਰਮਲੀ ਪੋਲੀਟੀਕਲ ਲੀਡਰ ਨਾ ਵੋਟਾਂ ਲਈ ਕਰਦੇ ਨੇ, ਸੱਚੇ ਸੌਦੇ ਵਾਲੇ ਨੂੰ ਬੇਲ ਉਹ ਦੇ ਦਿੰਦੇ ਨੇ, ਪੈਰੋਲ ਬਾਰ-ਬਾਰ ਹਰ 3-4 ਮਹੀਨੇ, ਕਿਉਂਕਿ ਕਹਿੰਦੇ ਨੇ ਉਹਦਾ ਵੀ ਵੋਟਾਂ ਦਾ ਮਾਮਲਾ ਹੈ। ਵੱਖ-ਵੱਖ ਡੇਰਿਆਂ ਨੂੰ ਵੀ ਮਿਲਦੇ ਨੇ, ਪਰ ਜਥੇਦਾਰ ਅਕਾਲ ਤਖਤ ਨਾਲ ਵੀ ਸੁਣਿਆ ਕੋਈ ਤੁਹਾਡੀ ਇਨਫੋਰਮੇਸ਼ਨ ਹੈ ਕਿ ਕੋਈ ਅਪੁਆਇੰਟਮੈਂਟ ਫਿਕਸ ਹੋਈ ਸੀ ਤੇ ਉਹ ਕੈਂਸਲ ਹੋ ਗਈ ਹੈ। ਇਹ ਸਾਰੇ ਦੌਰੇ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਿਆ? ਕਾਫੀ ਦੇਰ ਪਹਿਲਾਂ ਤੁਹਾਨੂੰ ਖਿਆਲ ਹੋਵੇ ਅਮਿਤ ਸ਼ਾਹ ਯੂਨੀਅਨ ਹੋਮ ਮਿਨਿਸਟਰ, ਉਹ ਆਪਣੇ ਐਕਟਿੰਗ ਜਥੇਦਾਰ ਯਾਨੀ ਹਰਪਾਲ ਸਿੰਘ ਜੀ ਨੂੰ ਵੀ ਮਿਲੇ ਸੀ ਇੱਕ ਵਾਰੀ, ਤੇ ਘੰਟਾ ਕਿ ਇਹਨਾਂ ਦੀ ਮੁਲਾਕਾਤ ਹੋਈ ਸੀਗੀ। ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਪੈਕੂਲੇਸ਼ਨਸ ਉੱਠੀਆਂ ਸੀਗੀਆਂ ਬਈ ਇਹ ਕੇਂਦਰ ਸਰਕਾਰ ਕਿੰਨਾ ਕੁ ਦਖਲ ਦੇਣਾ ਚਾਹੁੰਦੀ ਹੈ ਪੰਜਾਬ ਅਫੇਅਰ ਦੇ ਵਿੱਚ, ਸਿੱਖ ਅਫੇਅਰ ਦੇ ਵਿੱਚ। ਰਾਦਰ ਪੰਜਾਬ ਮੈਂ ਨਹੀਂ ਕਹੂੰਗਾ, ਸਿੱਖ ਅਫੇਅਰ ਦੇ ਵਿੱਚ BJP ਲਗਾਤਾਰ ਪੰਜਾਬ ਵਿੱਚ ਆਪਣਾ ਬੇਸ ਐਕਸਪੈਂਡ ਕਰਨ ਦੇ ਵਿੱਚ ਇੰਟਰਸਟਿਡ ਹੈ। ਗੱਲ ਸਿਰਫ ਸੀਟਾਂ ਦੀ ਨਹੀਂ ਹੈ, ਜਿਹੜਾ ਬਰਾਡਰ ਵਿਊ ਹੈ ਸੰਘ ਪਰਿਵਾਰ ਦਾ, ਉਹਦੇ ਵਿੱਚ ਉਹ ਪੰਜਾਬ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ। ਉਹਨਾਂ ਵਾਸਤੇ ਉਹ ਜ਼ਿਆਦਾ ਇੰਪੋਰਟੈਂਟ ਹੈ। ਤੇ ਇਹ ਪੁਰਾਣਾ ਜਿਹੜਾ ਸਿੱਖ ਸਿਆਸਤ ਦਾ ਜਿਹੜਾ ਰਿਸ਼ਤਾ ਹੈ, ਮੈਂ ਕਹੂੰਗਾ ਕਿ ਜਿਹੜੀ ਰੈਡੀਕਲ ਹਿੰਦੂ ਪੋਲਿਟਿਕਸ ਹੈ, ਇਹਦੇ ਨਾਲ ਪੁਰਾਣਾ ਹੈ। ਪ੍ਰੀ ਪਾਰਟੀਸ਼ਨ ਦੇ ਵਿੱਚ ਵੀ ਮੇਲ ਜੋਲ ਇਹਨਾਂ ਦਾ ਆਪਸ ਦੇ ਵਿੱਚ ਕਿਸੇ ਵੇਲੇ ਦੋਵੇਂ ਪਾਸਿਆਂ ਤੋਂ ਰਿਹਾ ਹੈ। ਇਹ ਹੁਣ ਪਤਾ ਲੱਗਿਆ ਸੀਗਾ ਕਿ ਜਦੋਂ ਇਹਨਾਂ ਨੇ ਖੱਟਰ ਹੋਰਾਂ ਨੇ ਪ੍ਰੋਗਰਾਮ ਬਣਾਇਆ ਆਪਣਾ ਜਾਣ ਦਾ, ਤੇ ਉਸ ਤੋਂ ਪਹਿਲਾਂ ਇਹਨਾਂ ਦਾ ਕੰਟੈਕਟ ਕੀਤਾ ਇਹਨਾਂ ਨੇ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ। ਕਿਸੇ ਦਿੱਲੀ ਦੇ ਲੀਡਰ ਦੇ ਥਰੂ ਪਤਾ ਲੱਗਿਆ ਕਿ ਇਹ ਕੰਟੈਕਟ ਕੀਤਾ ਗਿਆ ਸੀਗਾ, ਤੇ ਰਾਤ ਨੂੰ ਅਪਾਇੰਟਮੈਂਟ ਫਿਕਸ ਹੋ ਗਈ ਸੀ। ਤੇ ਸਵੇਰੇ ਪਹਿਲਾਂ ਇਹਨਾਂ ਨੇ ਅੰਮ੍ਰਿਤਸਰ ਜਾਣਾ ਸੀਗਾ ਤੇ ਜਥੇਦਾਰ ਹੋਰਾਂ ਨਾਲ ਮੁਲਾਕਾਤ ਕਰਨੀ ਸੀ। ਉਸ ਤੋਂ ਬਾਅਦ ਰਾਧਾ ਸਵਾਮੀ ਡੇਰੇ ਚ ਆਉਣਾ ਸੀ। ਸਵੇਰੇ ਜਦੋਂ ਤਿਆਰੀ ਕਰ ਰਹੇ ਸੀਗੇ ਤੇ ਉਦੋਂ ਪਤਾ ਲੱਗਿਆ ਵੀ ਜਥੇਦਾਰ ਅਕਾਲ ਤਖਤ ਦੇ ਆਫਿਸ 'ਚ ਫੋਨ ਆ ਗਿਆ ਕਿ ਜਥੇਦਾਰ ਜਿਹੜੀ ਅਵੇਲੇਬਲ ਨਹੀਂ ਹੈ। ਰੀਥਿੰਕ ਹੋਇਆ ਉਸ ਤੋਂ ਬਾਅਦ, ਜਾਂ ਉਹਨਾਂ ਨੇ ਆਪਣੇ ਸਾਥੀਆਂ ਨਾਲ ਗੱਲ ਕੀਤੀ ਹੋਣੀ ਹੈ। ਇਸ ਸਿਚੁਏਸ਼ਨ ਦੇ ਵਿੱਚ ਜਦੋਂ ਇੱਕ ਪਾਸੇ ਗੱਲ ਕਰ ਰਹੇ ਆ ਹਰਿਆਣਾ ਕਮੇਟੀ ਬਣਾਉਣ ਦੀ ਤੇ ਹਰਿਆਣਾ ਸਰਕਾਰ ਤੇ ਅਟੈਕ ਕਰ ਰਹੇ ਆ ਲਗਾਤਾਰ, ਅਕਾਲੀ ਦਲ ਕਰ ਰਿਹਾ, SGPC ਨੇ ਮਤੇ ਪਾਸ ਕੀਤੇ ਹੈ, ਜਥੇਦਾਰ ਅਕਾਲ ਤਖਤ ਨੇ ਨੋਟਿਸ ਲਿਆ ਸੀ ਜਦੋਂ ਕਮੇਟੀ ਬਣੀ ਹੈ, ਤੇ ਉਸ ਸਿਚੁਏਸ਼ਨ ਦੇ ਵਿੱਚ ਇਹ ਮੁਲਾਕਾਤ ਜਿਹੜੀ ਹੈ ਇਹ ਵਾਜਬ ਨਹੀਂ ਹੋਈ। ਸੋ ਵੈਸੇ ਵੀ ਜੇ ਆਪਾਂ ਦੇਖੀਏ, ਚਲੋ ਮੈਂ ਸਿਆਸਤ ਦੇ ਵਿੱਚ ਨਹੀਂ ਪੈਂਦਾ ਅਕਾਲੀ ਦਲ ਦੇ ਵਿੱਚ, ਲੇਕਿਨ ਫਿਰ ਵੀ ਕਿਉਂਕਿ ਅਕਾਲੀ ਦਲ ਇੱਕ ਲੈਵਲ ਤੇ ਆ ਕੇ ਸਿੱਖ ਸੰਸਥਾ ਹੈ, ਸਿੱਖ ਸੰਸਥਾ ਤੀਜੇ ਨੰਬਰ ਦੀ ਸਿੱਖ ਸੰਸਥਾ ਹੈ। ਸੋ ਉਹਨਾਂ ਦੀ ਜਿਹੜੀ BJP ਨਾਲ ਸਾਂਝ ਟੁੱਟੀ ਹੈ ਉਹ ਵੀ ਕਈ ਵਾਰੀ ਮੈਟਰ ਕਰਦੀ ਹੈ।
ਲੇਕਿਨ ਮੇਨ ਇਸ਼ੂ ਇਸ ਵੇਲੇ ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹਦੇ ਕਰਕੇ ਨਾ ਕੀਤੀ, ਉਹ ਹਰਿਆਣਾ ਕਮੇਟੀ ਮੇਨ ਇਸ਼ੂ ਉਹਦੇ 'ਚ ਮੈਨੂੰ ਲੱਗ ਰਿਹਾ ਸਾਰੀ ਗੱਲ ਤੇ ਆ ਕੇ। ਲੇਕਿਨ ਇਹਨਾਂ ਦਾ ਮਿਲਣਾ, ਅਪਾਰਟਮੈਂਟ ਲੈਣੀ, ਮਿਲਣਾ ਨਹੀਂ, ਮਿਲਣ ਦੀ ਕੋਸ਼ਿਸ਼ ਕਰਨੀ ਤੇ ਅਪਾਰਟਮੈਂਟ ਲੈਣੀ ਆਪਣੇ ਆਪ ਦੇ ਵਿੱਚ ਸਿਗਨੀਫੀਕੈਂਟ ਹੈ। ਤਾਂ ਕਿਉਂ ਜੇ ਆਪਾਂ ਜਿਹੜੀ ਮੈਂ ਗੱਲ ਕੀਤੀ ਕਿ ਸੰਘ ਪਰਿਵਾਰ ਜਿਸ ਢੰਗ ਨਾਲ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹੈ, ਉਹਦੇ ਵੱਲ ਇੱਕ ਅਹਿਮ ਇੱਕ ਕਦਮ ਸੀਗਾ। ਆਪਾਂ ਪਿੱਛੇ ਜੇ ਹੋਰ ਝਾਤੀ ਮਾਰੀਏ ਤਾਂ ਦੇਖੀਏ ਸੰਘ ਪਰਿਵਾਰ ਦੇ ਲੀਡਰ ਕਿਸੇ ਵੇਲੇ ਦਮਦਮੀ ਟਕਸਾਲ ਨੂੰ ਵੀ ਮਿਲਦੇ ਰਹੇ। ਸੋ ਇਹ ਲਗਾਤਾਰ ਇੱਕ ਇੰਟਰੈਕਸ਼ਨ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਚਲੋ ਅਕਾਲੀ ਦਲ ਨਾਲ ਤਾਂ ਐਡੀ ਲੰਬੀ 23-24 ਸਾਲ ਅਲਾਇੰਸ ਚੱਲ ਗਈ, ਤੇ ਹੁਣ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਸਿੱਖ ਧਰਮ ਦੇ ਵਿੱਚ ਜਾਂ ਤੁਸੀਂ ਕਹਿ ਲਓ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਸਿੱਖ ਪਾਪੂਲੇਸ਼ਨ ਹੈ ਇਹਦੇ 'ਚ ਪੈਰ ਪਸਾਰੇ ਜਾਣ, ਤੇ ਉਹਦੀ ਐਫਰਟ ਇੱਕ ਹੀ ਸੀ ਮੇਰੇ ਖਿਆਲ ਦੇ ਵਿੱਚ। ਪ੍ਰੋਫੈਸਰ ਸੇਖੋ, ਜਿਵੇਂ ਆਪਾਂ ਜਾਣਦੇ ਆ ਕਾਫੀ, ਹਾਲਾਂਕਿ ਨਾਰਮਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੀ ਇਹ ਕਹਿੰਦਾ ਹੈ ਤੇ ਉਹਦੇ ਰੂਲਸ ਵੀ ਕਹਿੰਦੇ ਨੇ ਕਿ ਜਾਤ ਧਰਮ ਤੇ ਇਸ ਕਿਸਮ ਦਾ ਸਾਡੇ ਇਲੈਕਟੋਰਲ ਪੋਲਿਟਿਕਸ ਤੇ ਪ੍ਰਭਾਵ ਨਹੀਂ ਹੋਣਾ ਚਾਹੀਦਾ, ਜਾਂ ਕਿਸੇ ਨੂੰ ਇਸ ਆਧਾਰ ਤੇ ਨਹੀਂ ਹੋਣਾ ਚਾਹੀਦਾ, ਉਹ ਗੈਰ ਕਾਨੂੰਨੀ ਮੰਨਿਆ ਜਾਂਦੀਆਂ ਨੇ ਚੀਜ਼ਾਂ। ਪਰ ਆਪਾਂ ਲਗਾਤਾਰ ਦੇਖਦੇ ਹਾਂ ਸਿਰਸੇ ਡੇਰੇ ਦੇ ਤਾਂ ਕਮੇਟੀ ਫੈਸਲਾ ਵੀ ਕਰਦੀ ਰਹੀ ਹੈ, 11 ਮੈਂਬਰੀ ਕਮੇਟੀ, 21 ਜਾਂ ਜਿੰਨੇ ਵੀ ਮਰਜ਼ੀ, ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ, ਔਰ ਸਾਰੇ ਬੰਦੇ ਪੋਲੀਟੀਕਲ ਬੰਦੇ ਮੇਨ ਸਟ੍ਰੀਮ ਪਾਰਟੀਆਂ ਦੇ ਉੱਥੇ ਜਾ ਕੇ ਵੋਟ ਮੰਗਣ ਦੀ ਵੀ ਗੱਲ ਕਰਦੇ ਰਹੇ, ਜਿਹੜੇ ਰਾਮ ਰਹੀਮ ਦੇ ਮਾਮਲੇ ਦੇ ਵਿੱਚ। ਫਿਰ ਸਾਰੀਆਂ ਪਾਰਟੀਆਂ, ਤੇ ਜਦੋਂ ਆਪਾਂ ਹੁਣ ਬੀਜੇਪੀ ਨੂੰ ਆਪਾਂ ਇਹ ਕਹਿ ਰਹੇ ਕਿ ਉਹ ਹਿੰਦੂ ਤੇ ਵੀ ਪੋਲਿਟਿਕਸ ਨੂੰ ਉਭਾਰ ਰਹੀ ਹੈ, ਔਰ ਕਿੰਨੇ ਹੀ ਸਾਧ ਸੰਤ ਜਦੋਂ ਵੀ ਕੋਈ ਪੂਜਾ ਹੁੰਦੀ ਹੈ ਮੂਹਰੇ ਬਿਠਾ ਕੇ ਤੇ ਸਾਰੀਆਂ ਉਸ ਲੈਵਲ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਪੋਲੀਟੀਕਲ ਸਾਰੇ ਮਾਮਲੇ ਦੇ ਵਿੱਚ, ਤਾਂ ਫਿਰ ਇਹ ਜਿਹੜਾ ਇੱਕ ਮਾਹੌਲ ਹੈ ਹੁਣ ਉਧਰ, ਜਿਹੜੀ ਇੱਕ ਹੋਰ ਘੱਟ ਗਿਣਤੀ ਹੈ ਦੇਸ਼ ਦੇ ਵਿੱਚ ਮੁਸਲਿਮ ਜਿਹੜੇ ਨੇ, ਉਹ ਲਗਭਗ ਹਾਸੀਅਤ ਨੇ ਕਿ ਕੋਈ ਟਿਕਟ ਵੀ ਨਹੀਂ ਤੇ ਬਾਕੀ ਦੀਆਂ ਚੀਜ਼ਾਂ ਵੀ ਉਸ ਲੈਵਲ ਤੇ ਨਹੀਂ ਹੁੰਦੀਆਂ। ਤਾਂ ਸਿੱਖ ਘੱਟ ਗਿਣਤੀ ਨਾਲ ਬਿਨਾਂ ਸ਼ੱਕ ਇਹ ਲੱਗ ਰਿਹਾ ਕਿ ਪ੍ਰਧਾਨ ਮੰਤਰੀ ਵੀ ਔਰ ਬਾਕੀ ਵੀ ਥੋੜਾ ਜਿਹਾ ਨੇੜਤਾ ਵਧਾਉਣ ਦੀ ਬਾਰ-ਬਾਰ ਟਰਾਈ ਕਰਦੇ ਨੇ, ਬੀਜੇਪੀ ਆਰਐਸਐਸ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਇਹਦਾ ਮਤਲਬ ਬੈਲੈਂਸ ਬਣਿਆ ਰਹਿੰਦਾ ਹੁੰਦਾ ਕਿਤੇ ਨਾ ਕਿਤੇ। ਮੈਨੂੰ ਤਾਂ ਲੱਗਦਾ ਹੈ ਅਕਾਲੀ ਦਲ ਨੇ ਵੀ ਸ਼ਾਇਦ ਇਹ ਕੋਸ਼ਿਸ਼ ਕੀਤੀ ਵੀ ਰਾਮ ਰਹੀਮ ਦੀਆਂ ਵੋਟਾਂ ਵੀ ਲੈ ਲਈਏ ਤੇ ਪੰਥਕ ਵੀ ਕਹਾ ਲਈਏ, ਸ਼ਾਇਦ ਇੱਕ ਚਲਾ ਗਿਆ। ਤੇ ਇਸੇ ਤਰ੍ਹਾਂ ਬੀਜੇਪੀ ਕਰਦੀ ਹੈ ਰਾਮ ਰਹੀਮ ਦੀ ਪਰੌਲ, ਹਰ ਵਾਰ ਜਥੇਦਾਰ ਅਕਾਲ ਤਖਤ ਜਿਹੜਾ ਵੀ ਹੋਵੇ ਉਹ ਇੱਥੇ ਟਿੱਪਣੀ ਕਰਦਾ ਵੀ ਦੇਖੋ ਤੁਸੀਂ ਗਲਤ ਕਰ ਰਹੇ ਹੋ ਇਹ, ਤੇ ਸਾਡੇ ਬੰਦੀ ਸਿੰਘਾਂ ਨਾਲ ਹੋਰ ਕਰ ਰਹੇ ਹੋ, ਉੱਥੇ ਹੋਰ ਕਰ ਰਹੇ ਹੋ। ਇਹੋ ਜਿਹਾ ਇੱਕ ਬਾਈਨਰੀ ਬਣਦੀ ਹੈ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ। ਤੇ ਇਸ ਕਿਸਮ ਦੀ ਪੋਲਿਟਿਕਸ ਜਿਹੜੀ ਉਹਦੇ ਨਾਲ ਸਾਧਣਾ, ਕਿਉਂਕਿ ਪੋਲੀਟੀਕਲ ਧਿਰ ਦਾ ਏਜੰਡਾ ਤਾਂ ਕੁਝ ਖੂਬਸੂਰਤ ਕੋਈ ਗਵਰਨੈਂਸ ਦੇਣੀ, ਚੰਗੇ ਲੋਕਾਂ ਦੇ ਬਾਕੀ ਦੀਆਂ ਚੀਜ਼ਾਂ ਉਸ ਪੱਧਰ ਤੇ ਜਾਣੀਆਂ। ਇਹ ਕਮਿਟਮੈਂਟ ਤਾਂ ਜਿਵੇਂ ਆਪਾਂ ਕਹਿੰਦੇ ਸੋਸ਼ਲ ਕੰਟਰੈਕਟ ਦਾ ਕੁਐਸਚਨ ਹੁੰਦਾ ਨਾ ਕਿ ਤੁਸੀਂ ਸਮਾਜ ਨੂੰ ਕੀ ਦੇਣਾ, ਇਹ ਸਾਰਾ ਵਰਤਾਰੇ ਜਿਹੜੇ ਹੋ ਰਹੇ ਨੇ ਜਦੋਂ ਚੀਫ ਮਿਨਿਸਟਰ ਜਾਂਦੇ ਨੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਕੋਲੇ, ਹੋਰ ਸੰਵਿਧਾਨਕ ਪੋਸਟਾਂ ਤੇ ਬੈਠੇ ਬੰਦੇ ਜਾਂਦੇ ਨੇ ਲਗਾਤਾਰ, ਇਹਦਾ ਮੈਸੇਜ ਕੀ ਹੁੰਦਾ ਹੈ ਸੋਸਾਇਟੀ ਨੂੰ ਕਨਵੇ ਕਿਸ ਟਾਈਪ ਦਾ? ਸਰ, ਸਭ ਤੋਂ ਵੱਡੀ ਗੱਲ ਤੇ ਆ ਕਿ ਵਿੰਸਟਨ ਚਰਚਿਲ ਨੇ ਜਿਹੜੇ ਸ਼ਬਦ ਕਹੇ ਸੀ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀਗੀ, ਉਹਨੂੰ ਦੁਬਾਰਾ ਰੀਰੀਡ ਕਰਨ ਦੀ ਲੋੜ ਆ। ਮੈਨੂੰ ਲੱਗਦਾ ਉਹ ਸਾਈਕਲ ਉਹ ਪੂਰਾ ਹੋ ਚੁੱਕਾ ਹੈ ਔਰ ਹੁਣ ਓਵਰਫਲੇ ਹੋ ਰਿਹਾ। ਜਿਹੜਾ ਘੜਾ ਕਹਿੰਦੇ ਨਾ ਭਰ ਗਿਆ ਸੀਗਾ, ਤੇ ਉਹ ਜਿਹੜਾ ਹੈਗਾ ਸੀ ਓਵਰਫਲੋ ਹੋ ਕੇ ਸਾਰੀਆਂ ਉਹਦਾ ਸਪਿਲ ਓਵਰ ਇਫੈਕਟ ਹੈਗਾ। ਪਹਿਲੇ 20-22 ਸਾਲ 25 ਸਾਲ ਤੱਕ ਠੀਕ ਠਾਕ ਚੱਲਦਾ ਰਿਹਾ, ਇੰਸਟੀਟਿਊਸ਼ਨਲਾਈਜੇਸ਼ਨ ਪ੍ਰੋਸੈਸ ਹੋਇਆ ਨਹਿਰੂ ਵੇਲੇ ਜਾਂ ਥੋੜਾ ਸਮਾਂ ਬਾਅਦ ਦੇ ਵਿੱਚ, ਤੇ ਉਹਦੇ ਤੋਂ ਬਾਅਦ ਇਹ ਸਾਰੀਆਂ ਅਲਾਮਤਾਂ ਜਿਹੜੀਆਂ ਆਪਾਂ ਡਿਸਕਸ ਕਰਦੇ ਹਾਂ ਇਹ ਸਾਰੀਆਂ ਰਾਜਨੀਤੀ ਦੇ ਵਿੱਚ ਪੈ ਗਈਆਂ। ਰਾਜਨੀਤੀ ਵੈਕਿਊਮ 'ਚ ਨਹੀਂ ਹੁੰਦੀ, ਰਾਜਨੀਤੀ ਤੱਕ ਸਮਾਜਿਕ ਵਰਤਾਰਾ ਹੈ। ਸਮਾਜ ਕਿਹੜੇ ਪਾਸੇ ਵੱਲ ਨੂੰ ਗਿਆ? ਕੀ ਸਮਾਜ ਦੇ ਵਿੱਚ ਜਾਤ ਪਾਤ ਘਟੀ? ਕੀ ਸਮਾਜ ਦੇ ਵਿੱਚ ਗਰੀਬੀ ਘਟੀ? ਕੀ ਸਮਾਜ ਦੇ ਵਿੱਚ ਵਾਇਲੈਂਸ ਘਟੀ? ਕੀ ਸਮਾਜ ਦੇ ਵਿੱਚ ਡਿਸਕ੍ਰਿਮੀਨੇਸ਼ਨ ਘਟਿਆ? ਸਮਾਜ ਦੇ ਵਿੱਚ ਕਮਿਊਨਿਟੀ ਜਿਹੜਾ ਪਾਵਰ ਸਟਰਕਚਰ ਹੈਗਾ ਪਿੰਡ ਤੋਂ ਲੈ ਕੇ ਜਾਂ ਉੱਤੇ ਤੱਕ ਕਿਹਦੀ ਡੋਮੀਨੈਂਸ ਹੈਗੀ ਆ? ਇਹ ਸਾਰੇ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਆ। ਧਰਮ ਇੰਪੋਰਟੈਂਟ ਸੈਗਮੈਂਟ ਹੈਗਾ। ਧਰਮ ਤੋਂ ਕਿੱਦਾਂ ਲੋਕੀ ਓਪਨ ਹੋ ਸਕਦੇ ਜੀ? ਮੈਂ ਕਹਿੰਦਾ ਧਰਮ ਇੱਕ ਪ੍ਰਾਈਵੇਟ ਫੇਅਰ ਰਹਿ ਸਕਦਾ ਸੀਗਾ ਕਿ ਜੇ ਤੁਸੀਂ ਲੋਕਾਂ ਨੂੰ ਆਟੋਨਮਸ ਬਣਾਉਂਦੇ, ਲੋਕਾਂ ਨੂੰ ਚੰਗੀ ਵਿਦਿਆ ਦਿੰਦੇ, ਲੋਕਾਂ ਨੂੰ ਚੰਗਾ ਇੰਪਲੋਇਮੈਂਟ ਦਿੰਦੇ, ਲੋਕਾਂ ਨੂੰ ਚੰਗੀ ਅਪਰਚੂਨਿਟੀ ਦਿੰਦੇ, ਤੇ ਲੋਕਾਂ ਦੇ ਵਿੱਚ ਹੋਪ ਪੈਦਾ ਕਰਦੇ। ਜਾਤ ਪਾਤ ਤਾਂ ਟੁੱਟ ਸਕਦੀ ਸੀ ਜੇ ਪਿੰਡ ਸਾਰੇ ਟੁੱਟਦੇ, ਇੱਕ ਜਗ੍ਹਾ ਤੋਂ ਉੱਠ ਕੇ ਦੂਸਰੇ ਪਾਸੇ ਵੱਲ ਜਾਂਦੇ, ਲੋਕਾਂ 'ਚ ਮਿਕਸਿੰਗ ਆਫ ਕਲਚਰ ਹੁੰਦਾ। ਇਹ ਸਾਰੇ ਵਿੱਚੋਂ ਰਾਜਨੀਤੀ ਜਿਹੜੀ ਇਸ ਕਿਸਮ ਦੀ ਨਿਕਲਣੀ ਸੀ। ਪਰ 70 ਤੋਂ ਬਾਅਦ ਤੁਸੀਂ ਦੇਖੋ ਵੀ ਰਾਜਨੀਤੀ ਜਿਹੜੀ ਉਹਨਾਂ ਲੋਕਾਂ ਦੇ ਹੱਥਾਂ 'ਚ ਆ ਗਈ ਜਿਨ੍ਹਾਂ ਦਾ ਮਕਸਦ ਸੀ ਰਾਜਨੀਤੀ ਜਿਹੜਾ ਹੈਗਾ ਜਾਂ ਤਾਕਤ ਨੂੰ ਹਥਿਆਉਣਾ। ਔਰ ਰਾਜਨੀਤੀ ਜਦੋਂ ਧੰਦਾ ਬਣ ਜਾਂਦੀ ਆ ਤੇ ਧੰਦੇ ਦੇ ਵਿੱਚ ਜਦੋਂ ਇਹ ਬਹੁਤ ਬੈਨੀਫੀਸ਼ੀਅਲ ਧੰਦਾ ਬਣ ਜਾਂਦਾ ਤੇ ਫਿਰ ਹਰ ਉਹ ਵਿਅਕਤੀ ਉਹ 'ਚ ਐਂਟਰ ਕਰਨਾ ਚਾਹੁੰਦੇ ਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਦੇ ਵਿੱਚ ਪਹੁੰਚ ਜਾਣ। ਹੋਇਆ ਕਿ ਹੌਲੀ ਹੌਲੀ ਕਿ ਜਾਤ ਪਾਤ ਦੇ ਉੱਤੇ ਪਾਰਟੀਆਂ ਖੜੀਆਂ ਹੋ ਗਈਆਂ, ਰੀਜਨਲਿਜ਼ਮ ਖਤਮ ਹੋ ਗਿਆ, ਪੈਰੋਕੀਲਿਜ਼ਮ ਖੜਾ ਹੋ ਗਿਆ, ਸਲੋਗਨ ਦੀ ਪੋਲਿਟਿਕਸ ਸ਼ੁਰੂ ਹੋ ਗਈ।
ਕਿਉਂਕਿ ਲੋਕਾਂ ਨੂੰ ਉਸ ਕਿਸਮ ਦੀ, ਮੈਂ ਨਹੀਂ ਕਹੂੰਗਾ ਸਮਝ ਨਹੀਂ ਹੈ, ਸਮਝ ਬਹੁਤ ਵੱਧ ਗਈ, ਖਾਸ ਕਰਕੇ 96 ਤੋਂ ਬਾਅਦ ਲੋਕੀ ਹੋਰ ਆਟੋਨਮਸ ਹੋ ਰਹੇ ਆ। ਪਰ ਤੁਸੀਂ ਦੇਖੋ ਗਰੀਬੀ ਹਟਾਓ ਦੇ ਨਾਂ ਤੇ ਵੋਟਾਂ ਪੈ ਗਈਆਂ, ਫਿਰ 77 ਦੇ ਵਿੱਚ ਜਿਹੜਾ ਉਹ ਐਮਰਜੈਂਸੀ ਦੇ ਖਿਲਾਫ ਕੀਤਾ, 9 ਸਟੇਟਾਂ ਦੇ ਵਿੱਚ ਇੰਦਰਾ ਗਾਂਧੀ ਨੂੰ ਹਰਾਤਾ। 80 ਦੇ ਵਿੱਚ ਕੀ ਹੋਇਆ, 85 ਚ ਆਣ ਕੇ ਮੁੜ ਕੇ ਕੀ ਹੋਇਆ, ਇਹ ਤੋਂ ਬਾਅਦ ਬਿਜਲੀ ਸੜਕ ਪਾਣੀ ਵਾਲੀਆਂ ਗੱਲਾਂ ਚੱਲਦੀਆਂ ਰਹੀਆਂ, ਸਾਰਾ ਕੁਝ ਚੱਲਦਾ ਰਿਹਾ, ਜਾਤ ਪਾਤ ਧਰਮ ਸਾਰਾ ਉਹਦੇ ਵਿੱਚ ਮਿਕਸ ਹੋ ਗਿਆ। ਫਿਰ ਹੋਇਆ ਕੀ ਕਿ ਪਾਰਟੀਆਂ ਦੀ ਗਿਣਤੀ ਬਹੁਤ ਵੱਧ ਗਈ, ਰੀਜਨਲ ਜਿਹੜੇ ਹੁੰਦੇ ਸੀਗੇ ਆਪਣੇ ਫੀਫਡਮ ਜਿਹੜੇ ਖੜੇ ਹੋ ਗਏ, ਔਰ ਉਹ ਜਿਹੜੇ ਸੀ ਆਪਣੇ ਆਪਣੇ ਏਰੀਆ ਦੇ ਵਿੱਚ ਉਹਦੇ ਲੋਕਲ ਲੀਡਰ ਬਣ ਗਏ, ਪਾਵਰ ਨੂੰ ਸੈਂਟਰਲਾਈਜ਼ ਕਰਤਾ। ਉਹ ਉਹਨਾਂ ਦੀ ਜਿਹੜੀ ਜਾਤ ਵੀ ਇੱਕ ਤਾਕਤ ਬਣ ਗਈ, ਰਿਸੋਰਸਿਸ ਉਹਨਾਂ ਦੇ ਕੋਲ ਆ ਗਏ, ਉਹ ਆਪਣੇ ਆਪ ਦੇ ਵਿੱਚ ਉਸ ਏਰੀਆ ਦੇ ਵਿੱਚ ਜਿਹੜੇ ਹੈਗੇ ਸੀਗੇ ਖਾਸ ਕਰਕੇ ਉਹ ਫੀਫਡਮ ਉਹਨਾਂ ਕੋ ਆ ਗਈ। ਇੰਸਟੀਟਿਊਸ਼ਨ ਕਮਜ਼ੋਰ ਹੋ ਗਿਆ, ਪੁਲਿਸ ਦਾ ਪੋਲਿਟਿਸਾਈਜੇਸ਼ਨ ਹੋ ਗਿਆ, ਸਾਰਾ ਤਾਣਾ ਬਾਣਾ ਥਲ ਪੰਚਾਇਤਾਂ ਤੋਂ ਲੈ ਕੇ ਉੱਪਰ ਤੱਕ ਜਿਹੜਾ ਸੀਗਾ ਉਹ ਜਿਹੜਾ ਖਾਸ ਕਰਕੇ ਇਹ ਲੋਕ ਸੀ ਇਹਨਾਂ ਦੇ ਹੱਥ 'ਚ ਆ ਗਿਆ। ਇੱਕ ਸਮੇਂ ਇਹ ਸੋਚ ਪੈਦਾ ਹੋ ਗਈ ਕਿ ਜੇ ਤੁਸੀਂ ਗੁੰਡੇ ਨਹੀਂ ਹੈ, ਜੇ ਤੁਸੀਂ ਬਦਮਾਸ਼ੀ ਨਹੀਂ ਕਰਦੇ, ਜੇ ਤੁਸੀਂ ਵਾਇਲੈਂਸ ਨਹੀਂ ਕਰਦੇ, ਜੇ ਤੁਹਾਡਾ ਖਾਸ ਕਰਕੇ ਬਾਹੂਬਲੀ ਨਹੀਂ ਹੈਗੇ, ਜਿਹੜੀ ਪੋਲਿਟਿਕਸ ਬਿਗਨਿੰਗ ਆਫ ਦਾ ਪੋਲਿਟਿਕਸ ਆਫ ਬਾਹੂਬਲੀ, ਇਹ ਇਮੇਜ ਬਹੁਤ ਲੰਮਾ ਸਮਾਂ ਜਿਹੜਾ ਛਾਇਆ ਗਿਆ, ਔਰ ਜਿਹਦੇ ਵਿੱਚ ਜਿਹੜਾ ਗਰੀਬ ਤਬਕਾ ਸੀ, ਮਾਰਜਨਲ ਦੇ ਲੋਕ ਸੀਗੇ, ਉਹ ਜਿਹੜੇ ਲੋਕਾਂ ਨੂੰ ਜਿਹੜਾ ਸੀਗਾ ਆਪਣੇ ਤਰੀਕੇ ਨਾਲ ਚਲਾਇਆ। ਦੂਸਰੀ ਗੱਲ ਹੈ ਜਦੋਂ ਰਾਜਨੀਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸ ਕਿਸਮ ਦੇ ਲੋਕਾਂ ਦਾ ਆ ਜਾਣਾ, ਤੇ ਜਿਹੜੇ ਆਮ ਲੋਕ ਆ, ਤੁਹਾਡੇ ਵਰਗੇ ਸੁਹਿਰਦ ਲੋਕ ਆ, ਸਿਆਣੇ ਲੋਕ ਆ, ਆਉਣ ਵਾਲੇ ਸਮੇਂ ਦੀ ਸੋਚਦੇ ਆ, ਉਹ ਲੋਕਾਂ ਦਾ ਬਾਹਰ ਹੋ ਜਾਣਾ। ਤੋਂ ਸਿਆਸਤਦਾਨਾਂ ਦਾ ਜਾਂ ਸਟੇਟਸਮੈਨਾਂ ਦਾ ਵਿਡਰੋ ਕਰਨਾ ਤੇ ਪੋਲੀਟੀਸ਼ੀਅਨ ਦਾ ਔਰ ਪੋਲੀਟੀਕਲ ਲੀਡਰਸ ਦਾ ਜਿਹੜਾ ਸੀਗਾ, ਜਿਨ੍ਹਾਂ ਦਾ ਇੱਕੋ ਮਕਸਦ ਹੀ ਅਗਲੇ ਪਾਸੇ ਆ ਜਾਣਾ, ਔਰ ਕੋਈ ਵੀ ਤਰੀਕਾ ਯੂਜ਼ ਕਰਕੇ, ਜਦੋਂ ਇਹ ਹੋ ਗਿਆ ਕਿ ਪੋਲਿਟਿਕਸ ਦੇ ਵਿੱਚ ਕੋਈ ਵੀ ਤਰੀਕਾ ਜਾਇਜ਼ ਹੈਗਾ ਵਾ, ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੋ ਫਿੱਟ ਪੈਂਦੀ ਆ, ਮਕਸਦ ਇਹ ਬਣ ਗਿਆ ਕਿ ਅਸੀਂ ਤਾਕਤ ਦੇ ਵਿੱਚ ਆਉਣਾ ਹੈ। ਉਹਦੇ ਵਿੱਚ ਧਰਮ ਨੂੰ ਜ਼ਿਆਦਾ ਇੰਸਟੀਟਿਊਸ਼ਨਲਾਈਜ਼ ਹੋਇਆ। ਤੁਸੀਂ ਦੇਖੋ ਕੋਈ ਵੀ ਧਰਮ ਦੇਖ ਲਓ, ਮੈਂ ਤਾਂ ਹੈਰਾਨ ਹੁੰਦਾ ਵਾਂ ਕਿ ਜਿਸ ਤਰੀਕੇ ਦੇ ਨਾਲ ਧਾਰਮਿਕ ਸੰਸਥਾਵਾਂ ਬਣ ਰਹੀਆਂ, ਜਾਂ ਜਿਸ ਤਰੀਕੇ ਦੇ ਨਾਲ ਜਿਹੜੇ ਹੋਰ ਸਾਡੇ ਸਮਾਜਿਕ ਤਰੱਕੀ ਵਾਲੇ ਜਿਹੜੇ ਸਾਡੇ ਇੰਸਟੀਟਿਊਸ਼ਨ ਹੈਗੀਆਂ, ਚਾਹੇ ਉਹ ਸਕੂਲ ਹੈਗੇ ਆ, ਚਾਹੇ ਹਸਪੀਟਲਸ ਹੈਗੇ ਆ, ਚਾਹੇ ਇੰਸਟੀਟਿਊਸ਼ਨਸ ਹੈਗੀਆਂ, ਜਾਂ ਲੋਕਾਂ ਦਾ ਰੈਸ਼ਨਲ ਪੋਲੀਟੀਕਲ ਸੋਸ਼ਲਾਈਜੇਸ਼ਨ ਆ, ਜਾਂ ਚੰਗੀ ਵਿਦਿਆ ਹੈ, ਉਹ ਪਿਛਾਂਹ ਹਟਦੀ ਜਾ ਰਹੀ। ਪੰਜਾਬ ਦੀ ਐਗਜ਼ਾਮਪਲ ਦੇਖ ਲਓ, ਇੱਥੇ ਸਕੂਲਾਂ ਤੋਂ ਜ਼ਿਆਦਾ ਗਿਣਤੀ ਜਿਹੜੀ ਆ ਧਾਰਮਿਕ ਸੰਸਥਾਵਾਂ ਦੇ ਵਿੱਚ ਆ, ਧਾਰਮਿਕ ਇੰਸਟੀਟਿਊਸ਼ਨ ਦੇ ਵਿੱਚ ਆ। ਇਹ ਬਹੁਤ ਵੱਡਾ ਵਹੀਕਲ ਬਣ ਗਿਆ। ਪੋਲੀਟੀਸ਼ੀਅਨ ਸਾਡੇ ਨਾਲੋਂ ਇੱਕ ਪੀੜ੍ਹੀ ਅੱਗੇ ਹੁੰਦੇ ਆ, ਉਹ ਦੇਖਦੇ ਆ ਕਿ ਲੋਕ ਕਿੱਦਾਂ ਸੋਚਦੇ ਆ, ਉਹਨਾਂ ਨੂੰ ਲੱਗਦਾ ਸੀ ਵੀ ਲੋਕ ਇਸ ਲੈਵਲ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਨਾਲ ਚੱਲਦੇ ਆ, ਉਹ ਮੋਬਿਲਾਈਜ਼ ਕਰ ਸਕਦੇ ਆ, ਉਹ ਆਪਸ ਵਿੱਚ ਲੋਕਾਂ ਨੂੰ, ਹੁਣ ਤਾਂ ਮਤਲਬ ਕਲਾਈਮੈਕਸ ਤੇ ਪਹੁੰਚ ਗਿਆ ਵੀ ਤੁਸੀਂ ਲੜਾਉਣਾ ਸ਼ੁਰੂ ਕਰ ਦਿਓ, ਜਾਤ ਦੇ ਸਿਰ ਤੇ ਲੜਾਉਣਾ ਸ਼ੁਰੂ ਕਰ ਦਿਓ, ਉਹਦੇ ਸਿਰ ਤੇ ਸ਼ੁਰੂ ਕਰ ਦਿਓ। ਤੁਸੀਂ ਹੁਣੇ ਦੇਖਿਆ ਹੋਣਾ ਕਿ ਇੱਕ ਬਹੁਤ ਪਾਵਰਫੁਲ ਵਿਅਕਤੀ ਸੀਗਾ ਯੂਪੀ ਦੇ ਵਿੱਚ, ਜਿਹਨੇ ਕੋਸੀ ਦੀ ਇਲੈਕਸ਼ਨ ਹਾਰੀ ਹੈ, ਸ਼ਾਇਦ ਰਾਜਪੁਰ ਪਾਰਟੀ ਦਾ ਸੀ, ਉਹ 2-4 ਦਿਨ ਪਹਿਲੋਂ ਗਿਣਤੀ ਕਰ ਰਿਹਾ ਸੀਗਾ, ਇੰਨੇ ਇਹਨੂੰ ਆਹ ਵੋਟ ਆ, ਇੰਨੇ ਆਹ ਵੋਟ ਆ, ਮੈਨੂੰ ਇੱਥੋਂ ਮਿਲ ਜੂਗੀ, ਆਹ ਜਾਤ ਮੈਨੂੰ ਦੇ ਦੂਗੀ, ਆਹ ਧਰਮ ਮੈਨੂੰ ਦੇ ਦੂਗਾ, ਆਹ ਫਲਾਨਾ ਦੇ ਦੂਗਾ, ਆਹ ਦੇ ਦੂਗਾ। ਇਹ ਵਰਤਾਰੇ ਨੇ ਅਲਟੀਮੇਟਲੀ ਜਿਹੜਾ ਹੈਗਾ ਇਹ ਸਾਰਾ ਕ੍ਰਾਈਸਿਸ ਖੜਾ ਕੀਤਾ। ਹੁਣ ਗੱਲ ਰਹੀ ਕਿ ਲੀਡਰਾਂ ਦਾ ਜਾਣਾ, ਸਰਦਾਰ ਸਾਹਿਬ ਅਸਲ ਦੇ ਵਿੱਚ ਲੀਡਰ ਜਾਂ ਕੋਈ ਵੀ ਸੰਸਥਾ ਦਾ ਮੁਖੀ ਜਿਹੜਾ ਹੁੰਦੇ ਇਨਸਾਨ ਹੈ। ਹੁੰਦਾ ਕਈ ਨਹੀਂ ਕਿ ਅਸੀਂ ਜਿਹੜਾ ਅੰਧ ਭਗਤੀ ਦੇ ਵਿੱਚ ਜਾਂ ਕਈ ਵਾਰੀ ਅਸੀਂ ਕਨਫਰੰਟ ਨਹੀਂ ਕਰਦੇ, ਸੰਸਥਾਵਾਂ ਵਿਅਕਤੀਆਂ ਨਾਲ ਚੱਲਦੀਆਂ, ਕਿ ਉਹ ਸੰਸਥਾਵਾਂ ਦੇ ਉੱਤੇ, ਚਾਹੇ ਉਹ ਰਿਲੀਜੀਅਸ ਸੰਸਥਾ ਹੋਵੇ, ਚਾਹੇ ਪੋਲੀਟੀਕਲ ਸੰਸਥਾ ਹੋਵੇ, ਚਾਹੇ ਯੂਨੀਵਰਸਿਟੀਆਂ ਦੀਆਂ ਦੂਸਰੀਆਂ ਵੱਡੀਆਂ ਸੰਸਥਾਵਾਂ ਹੋਣ, ਕੋਈ ਵੀ ਚੀਜ਼ ਹੋਵੇ, ਉਹ ਸਮਾਜ ਦੇ ਵਿੱਚ ਜਿਹੜੇ ਵਿਅਕਤੀ ਉਹਨੂੰ ਜਿਹੜਾ ਉਹਦੇ ਉੱਤੇ ਬੈਠੇ ਆ ਉਹਨਾਂ ਮੁਤਾਬਕ ਚੱਲਦੀਆਂ। ਸਾਨੂੰ ਇਹ ਪਤਾ ਲੱਗਾ ਕਿ ਓਵਰਆਲ ਸਮਾਜ ਦੇ ਵਿੱਚ ਵੱਡੀ ਹੱਦ ਤੱਕ ਜਿਹੜੀ ਆ ਉਹ ਗਿਰਾਵਟ ਆਈ ਆ, ਔਰ ਇਹ ਗਿਰਾਵਟ ਆਉਣ ਦੇ ਬਹੁਤ ਸਾਰੇ ਕਾਰਨ ਆ, ਇੰਟਰਨਲ ਕਾਰਨ ਵੀ ਹੈਗੇ ਆ, ਸਬਜੈਕਟ ਵੀ ਆ, ਦੂਸਰੇ ਵੀ ਆ, ਤੀਸਰੇ ਵੀ, ਸਾਰਾ ਕੁਝ ਉਹਦੇ ਵਿੱਚ ਹੈਗਾ। ਔਰ ਇਹਦੇ ਵਿੱਚੋਂ ਫਿਰ ਮੁੜ ਕੇ ਇੱਕ ਕਨਵੀਨੀਅੰਟ ਸਾਧਨ ਮਿਲ ਜਾਂਦਾ ਕਿ ਤੁਸੀਂ ਇੰਸਟੈਡ ਆਫ ਲੋਕਾਂ ਦੇ ਮਸਲੇ ਹੱਲ ਕਰੋ, ਇੰਸਟੈਡ ਆਫ ਤੁਸੀਂ ਜਿਹੜੀਆਂ ਪ੍ਰੋਬਲਮਸ ਨੂੰ ਕਨਫਰੰਟ ਕਰੋ, ਜਾਂ ਇੰਸਟੈਡ ਆਫ ਲੋਕਾਂ ਨੂੰ ਤੁਸੀਂ ਰੈਸ਼ਨਲ ਬਣਾਓ, ਤੁਸੀਂ ਧਰਮ ਜਾਤੀ ਵਾਲੇ ਪਾਸੇ ਤੁਰ ਪਓ। ਔਰ ਉਹਦੇ ਵਿੱਚੋਂ ਜਿਹੜੀਆਂ ਇੰਸਟੀਟਿਊਸ਼ਨ ਨਿਕਲਦੀਆਂ, ਖਾਸ ਮੈਂ ਤੁਹਾਨੂੰ ਕਹਾਂਗਾ ਐਕਸਟਰਾ ਕਾਂਸਟੀਟਿਊਸ਼ਨ ਇੰਸਟੀਟਿਊਸ਼ਨ ਆ ਮਾਡਰਨ ਨਿਜ਼ਾਮ ਦੇ ਵਿੱਚ, ਚਾਹੇ ਉਹ ਡੇਰੇ ਆ, ਚਾਹੇ ਉਹ ਬਾਬੇ ਆ, ਚਾਹੇ ਹੋਰ ਸੰਸਥਾਵਾਂ ਹੈਗੀਆਂ, ਉਹਨਾਂ ਦਾ ਰੋਲ ਆਪਣੇ ਤੱਕ ਕਨਫਾਈਨ ਹੋਣਾ, ਪਰ ਅਲਟੀਮੇਟਲੀ ਉਹ ਸੈਂਟਰ ਸਟੇਜ ਜਿਹੜੀ ਆ ਉਹ ਲੈ ਕੇ ਬਹਿ ਜਾਂਦੇ ਆ। ਮੈਂ ਇਹ ਗੱਲ ਕਿਉਂਕਿ ਬਹੁਤ ਲੰਮੀ ਨਹੀਂ ਕਰਨਾ ਚਾਹੁੰਦਾ, ਇਹ ਗੱਲ ਦਾ ਕਲਾਈਮੈਕਸ ਜਿਹੜਾ ਸੀ 90s ਦੇ ਵਿੱਚ ਹੋ ਗਿਆ ਸੀ। 90s ਤੋਂ ਬਾਅਦ ਹੌਲੀ ਹੌਲੀ ਇਸ ਚੀਜ਼ ਦਾ ਜਿਹੜਾ ਸੀਗਾ ਘਟਣਾ ਸ਼ੁਰੂ ਹੋ ਗਿਆ, ਚਾਹੇ ਉਹ ਜਾਤ ਵਾ, ਪਾਤ ਵਾ, ਧਰਮ ਵਾ, ਬੋਲੀ ਆ, ਦੂਸਰਾ ਤੀਸਰਾ ਹੈ, ਪਰ ਅਲਟੀਮੇਟਲੀ ਹੈ ਕਿ ਆਲਟਰਨੇਟਿਵ ਤੁਹਾਡੇ ਕੋਲ ਸੀ। ਪੰਜਾਬ ਦੇ ਵਿੱਚ ਦੋ ਹੀ ਆਲਟਰਨੇਟਿਵ ਸੀ ਆਪਣੇ ਕੋਲ, ਅਕਾਲੀ ਨਹੀਂ ਹੋਣਗੇ, ਕਾਂਗਰਸ ਹੋਣਗੇ। ਕਾਂਗਰਸ ਅਕਾਲੀਆਂ ਦੇ ਵਿੱਚ ਕੌਣ ਹੈਗਾ ਵਾ? ਇੱਕੋ ਹੀ ਕਾਸਟ ਹੈਗੀ ਆ, ਇੱਕੋ ਹੀ ਉਹਨਾਂ ਦੀ ਬੈਕਗਰਾਉਂਡ ਹੈ, ਇੱਕੋ ਹੀ ਉਹਨਾਂ ਦਾ ਸਾਰਾ ਸੰਬੰਧ ਹੈ। ਉਹ ਕਦੀ ਇਸ ਪਾਸੇ ਆ ਜਾਂਦੇ ਸੀ, ਕਦੀ ਇਸ ਪਾਸੇ ਆ ਜਾਂਦੇ। ਏਜੰਡਾ ਕੀ ਹੈਗਾ? ਖਾਸ ਕਰਕੇ ਦੇਸ਼ ਦੇ ਵਿੱਚ ਲੈਫਟ ਦੇ ਰਾਂਦਾ ਕਮਜ਼ੋਰ ਹੋਣ ਕਰਕੇ, ਜਾਂ ਦੇਸ਼ ਦੇ ਵਿੱਚ ਨਵੀਂ ਲੈਫਟ ਤਗੜੀ ਪੈਦਾ ਨਾ ਹੋਣ ਕਰਕੇ, ਜਾਂ ਦੇਸ਼ ਦੇ ਵਿੱਚ ਪੁਰਾਣੀ ਲੈਫਟ ਪਾਰਟੀ
ਬਦਲੇ ਹੋਏ ਸਮੇਂ ਮੁਤਾਬਕ ਆਪਣੇ ਆਪ ਨੂੰ ਨਾ ਢਾਲ ਸਕਣ ਕਰਕੇ ਆਲਟਰਨੇਟਿਵ ਨਹੀਂ ਲੋਕਾਂ ਕੋਲ ਰਿਹਾ। ਤਾਂ ਆਲਟਰਨੇਟਿਵ ਸਾਡੇ ਕੋਲ ਜਿਹੜੇ ਇਸ ਵੇਲੇ ਅਵੇਲੇਬਲ ਹੈਗੇ ਆ ਉਹੀ ਹੋਣ ਕਰਕੇ ਇੱਕ ਕਨਫਿਊਜ਼ਨ ਕ੍ਰੀਏਟ ਹੋਇਆ, ਔਰ ਜਿਹਦੇ ਵਿੱਚੋਂ ਜਿਸ ਸਥਿਤੀ 'ਤੇ ਅਸੀਂ ਪਹੁੰਚੇ ਹਾਂ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਜੀ। ਮੈਂ ਇੱਕ ਐਡੀਸ਼ਨ ਥੋੜੀ ਜਿਹੀ ਹੋਰ ਕਰਦਾ ਨਾਲ, ਪੈਸਾ ਤੁਸੀਂ ਥੋੜਾ ਜਿਹਾ ਜ਼ਿਆਦਾ ਐਕਸਪਲੇਨ ਕਰ ਸਕਦੇ ਹੋ ਸਾਡੇ ਨਾਲੋਂ, ਮੈਂ ਤਾਂ ਸਿਰਫ ਗੱਲ ਹੀ ਕਰ ਸਕਦਾ। 91 ਚ ਲਿਬਰਲਾਈਜੇਸ਼ਨ ਹੁੰਦੀ ਹੈ ਔਰ 91 ਦੇ ਵਿੱਚ ਅਯੋਧਿਆ ਵਾਲਾ ਕਾਰਡ ਵਾਪਰਦਾ, ਤੇ ਉਸ ਤੋਂ ਬਾਅਦ ਦੋਵੇਂ ਸਟੇਟ ਇਕੱਠੀਆਂ ਚੱਲਦੀਆਂ ਹਿੰਦੁਸਤਾਨ ਦੇ ਵਿੱਚ। ਇਹ ਧਰਮ ਦੀ ਪਕੜ ਵੀ ਤੇ ਉਧਰੋਂ ਇਕਨੋਮੀ ਤੇ ਓਪਨ ਮਾਰਕੀਟ ਦੀ ਪਕੜ ਵੀ, ਕੋਈ ਸੰਬੰਧ ਇਹਨਾਂ ਦਾ ਆਪਸ 'ਚ ਹੋ ਸਕਦਾ। ਤੇ ਇਹਦੇ ਨਾਲ ਹੀ ਬਿਲਕੁਲ ਜਿਹੜਾ ਆਈਡੀਓਲੋਜੀਕਲੀ ਨੇੜੇ ਦਾ ਸੰਬੰਧ ਹੈ ਹੀ, ਅੱਜ ਕੱਲ ਵੀ ਆਪਾਂ ਭੁਗਤ ਰਹੇ ਹਾਂ, ਸਾਰੇ ਦੇਖ ਹੀ ਰਹੇ ਹਾਂ। ਅਮੀਰ ਜੀ ਵੀ ਗੱਲ ਕਰ ਸਕਦੇ ਨੇ ਤੇ ਅਮੀਰ ਜੀ ਗੱਲ ਕਰ ਲੈਣ ਤੇ ਇਸੇ ਕਰਕੇ ਕਿਸਾਨ ਅੰਦੋਲਨ ਦੇ ਵਿੱਚ ਦੋ ਗੱਲਾਂ ਬੇਸਿਕ ਸੀਗੀਆਂ। ਅਡਾਨੀ ਅੰਬਾਨੀ ਦਾ ਨਾਂ ਘਰ ਘਰ ਗੂੰਜ ਰਿਹਾ ਸੀ, ਤੇ ਦੂਜੇ ਪਾਸੇ ਹਿੰਦੂਤਵ ਦੀ ਜਿਹੜੀ ਉਹ ਸੈਂਟਰਲਾਈਜੇਸ਼ਨ ਦੀ ਪਾਲਿਸੀ ਆ, ਪਲੱਸ ਉਹਦੇ ਖਿਲਾਫ ਇੱਕ ਕਾਮਨ ਏਜੰਡਾ। ਉਹ ਬਿਲਕੁਲ ਸਟੀਕ ਇੱਕ ਗੱਲ ਦਿਖਾਈ ਦੇ ਰਹੀ ਸੀ ਜਿਸ ਲੈਵਲ ਤੇ ਲੋਕ ਕਰ ਰਹੇ ਨੇ। ਤੇ ਅਗਲਾ ਜੇਕਰ ਮੁੱਦਾ ਆਪਾਂ ਲਈਏ ਜਿਹਦਾ ਜਗਤਾਰ ਸਿੰਘ ਜੀ, ਜਿਹੜਾ ਇਲੈਕਟੋਰਲ ਪੋਲਿਟਿਕਸ ਨਾਲ ਹੀ ਸੰਬੰਧਿਤ ਜੇਕਰ ਆਪਾਂ ਕਹੀਏ, ਪ੍ਰਸ਼ਾਂਤ ਕਿਸ਼ੋਰ ਜਿਹੜਾ ਕਾਫੀ ਨਾਮ ਚਰਚਿਤ ਕਈ ਇਲੈਕਸ਼ਨਾਂ ਤੋਂ ਹੈ, ਲਗਾਤਾਰ ਕਈ ਇਲੈਕਸ਼ਨਾਂ ਤੋਂ ਇਸੇ ਤਰ੍ਹਾਂ ਵੀ ਇੱਕੋ ਇਹੋ ਜਿਹਾ ਬਣ ਗਿਆ ਨਜ਼ਰੀਆ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਜਿਹੜਾ ਹਾਇਰ ਕਰ ਲੇਗਾ ਸਮਝ ਲਓ ਉਹਨੇ ਜਿੱਤ ਜਾਣਾ ਹੈ ਨਾ, ਇੱਕ ਟਾਈਪ ਦੀ ਗੱਲ। ਪਿੱਛੇ ਤਾਂ ਪਹਿਲਾਂ ਨਰਿੰਦਰ ਮੋਦੀ ਨਾਲ ਵੀ, ਫਿਰ ਨਤੀਸ਼ ਕੁਮਾਰ ਨਾਲ, ਫਿਰ ਮਮਤਾ ਬੈਨਰਜੀ ਨਾਲ, ਫਿਰ ਕੈਪਟਨ ਅਮਰਿੰਦਰ ਸਿੰਘ ਨਾਲ, ਫਿਰ ਵੱਖ-ਵੱਖ ਥਾਵਾਂ ਤੇ ਜਿਵੇਂ ਸੀ। ਪਿੱਛੇ ਜੇ ਤਾਂ ਕਾਂਗਰਸ ਨੇ ਉਹਨੂੰ ਨਾਲ ਲਿਆ ਕੇ ਵਿੱਚੋਂ ਕਹਿਤਾ ਵੀ ਤੈਨੂੰ ਤਾਕਤ ਨਹੀਂ ਐ ਦੇਣੀ, ਉਹ ਨਿਕਲ ਗਿਆ ਸੀ ਇੱਕ ਵਾਰ ਪ੍ਰੈਜ਼ੈਂਟੇਸ਼ਨ ਵਗੈਰਾ ਦੇ ਕੇ, ਨਹੀਂ ਚੱਲ ਸਕਿਆ। ਫਿਰ ਰਿਜ਼ਾਈਨ ਦੇ ਕੇ ਅੱਜ ਕੱਲ ਉਹ ਬਿਹਾਰ 'ਚ ਚੱਲ ਰਿਹਾ ਪੂਰਾ, ਮਤਲਬ ਡਾਂਡੀ ਮਾਰਚ ਦੀ ਤਰ੍ਹਾਂ ਨਾ, ਜਿਹੜਾ ਉਹ ਪੈਦਲ ਮਾਰਚ ਕਰ ਰਿਹਾ ਲੋਕਾਂ ਨੂੰ ਮਿਲ ਕੇ ਵੀ ਸ਼ਾਇਦ ਮੈਂ ਕੋਈ ਪਾਰਟੀ ਖੜੀ ਕਰਨੀ ਹੈ। ਪਰ ਹੁਣ ਜਿਹੜਾ ਇਹ ਨਵਾਂ 2024 ਦੀ ਇਲੈਕਸ਼ਨ ਦੇ ਬਾਰੇ ਇੱਕ ਨਵੇਂ ਟਾਈਪ ਦਾ ਅਲਾਇੰਸ ਬਣ ਰਹੇ ਨੇ, ਖਾਸ ਤੌਰ ਤੇ ਇੰਡੀਆ ਅਲਾਇੰਸ ਬਣੇ ਹੈ ਬੀਜੇਪੀ ਤੇ ਉਹਦੇ ਮੁਕਾਬਲੇ। ਉਹਨੇ ਪਹਿਲੀ ਵਾਰ ਮੈਨੂੰ ਲੱਗਦਾ ਬਿਨਾਂ ਮੰਗੇ ਸਲਾਹ ਦਿੱਤੀ ਹੈ। ਪਹਿਲਾਂ ਤਾਂ ਕਹਿੰਦੇ ਸੀ ਲੋਕ ਵੀ ਕਰੋੜਾਂ ਰੁਪਏ ਲੈ ਕੇ ਉਹਨੇ ਪਾਰਟੀਆਂ ਨੂੰ ਉਹ ਕੀਤਾ ਕਿ ਇਸ ਤਰੀਕੇ ਨਾਲ ਕਰੋ, ਇਸ ਤਰੀਕੇ ਨਾਲ। ਉਹ ਇੰਟਰਵਿਊ 'ਚ ਇਹ ਕਹਿ ਰਿਹਾ ਕਿ ਇੰਡੀਆ ਅਲਾਇੰਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਹੜੀਆਂ 4-5 ਸਟੇਟਾਂ 'ਚ ਉਹਨਾਂ ਦੀ ਟਿਕਟ ਦਾ ਵੰਡ ਠੀਕ ਤਰੀਕੇ ਨਾਲ ਨਹੀਂ ਵੀ ਹੋ ਸਕਦੀ, ਤਾਂ ਕੋਈ ਗੱਲ ਨਹੀਂ, ਇਹਨੂੰ ਛੱਡ ਦੇਣਾ ਚਾਹੀਦਾ। ਜਿਹਦੇ 'ਚ ਮੈਨੂੰ ਇਹ ਲੱਗਦਾ ਕਿ ਪੰਜਾਬ 'ਚ ਕਾਂਗਰਸੀਆਂ ਨੂੰ ਥੋੜਾ ਜਿਹਾ ਸਾਹ ਆਇਆ, ਉਹ ਜਿਹੜੇ ਇਹ ਕਹਿ ਰਹੇ ਸੀ ਵੀ ਇੱਕ ਲੌਜਿਕ ਬਣ ਜਾਂਦਾ ਨਾ ਵੀ ਹੁਣ ਪ੍ਰਸ਼ਾਂਤ ਕਿਸ਼ੋਰ ਵੀ ਕਹਿੰਦਾ ਸਾਨੂੰ ਲੜਨ ਦਿਓ ਪੂਰੀਆਂ ਪੰਜਾਬ ਦੇ ਵਿੱਚ, ਜਾਂ ਜਿਹੜੇ ਆਪ ਵਾਲੇ ਵੀ ਵਿੱਚੋਂ ਕੁਝ ਸੋਚਦੇ ਹੁਣ ਵੀ ਸਾਨੂੰ ਪੂਰੀਆਂ ਲੜਨ ਦਿਓ। ਉਹਨਾਂ ਦੇ ਪੱਖ 'ਚ ਜ਼ਰੂਰ ਇੱਕ ਦਲੀਲ ਚਲੀ ਜਾਊਗੀ, ਕਿਉਂਕਿ ਜਦੋਂ ਪੋਲੀਟੀਸ਼ੀਅਨ ਇੱਕ ਕ੍ਰੈਡੀਬਿਲਿਟੀ ਤੋਂ ਸੋਚਦਾ ਵੀ ਇੱਕ ਬੰਦਾ ਜਿਤਾਉਣ ਵਾਲਾ ਹੈ, ਉਹਦਾ ਐਨਾਲਿਸਿਸ ਹੈ, ਤੇ ਤੁਸੀਂ ਕਿਉਂ ਨਹੀਂ ਸੋਚਦੇ? ਪੰਜਾਬ, ਦਿੱਲੀ, ਪੱਛਮੀ ਬੰਗਾਲ, ਗੁਜਰਾਤ, ਇਹਨਾਂ 'ਚ ਕਹਿੰਦੇ ਤੁਸੀਂ ਚੱਕਰ 'ਚ ਨਾ ਪਾਓ। ਬਾਕੀ 450 ਸੀਟ ਹੈ, ਉਹਦੇ 'ਚ ਠੀਕ ਵੰਡ ਲਓ। ਇੰਡੀਆ ਅਲਾਇੰਸ ਤਾਂ ਟੱਕਰ ਦੇ ਸਕਦਾ, ਤਾਂ ਬਿਨਿੰਗ ਰਹਿ ਸਕਦਾ। ਇਹ ਪ੍ਰਸ਼ਾਂਤ ਕਿਸ਼ੋਰ ਦਾ ਆਪਣਾ ਇੱਕ ਐਨਾਲਿਸਿਸ ਦਿੱਤਾ ਹੈ ਉਹਨੇ ਹੁਣ। ਇਹ ਤੇ ਤੁਸੀਂ ਕੀ ਤੁਹਾਡੀ ਟਿੱਪਣੀ? ਉਹਦੇ ਸਰ ਹੋਇਆ ਨਾ ਜਿੱਦਾਂ, ਹਾਂ ਚਲੋ ਪੈਸਾ ਕਰ ਲਓ ਗੱਲ, ਕੋਈ ਨਹੀਂ। ਹਾਂ ਦੋਨੋਂ ਕਰ ਲਓ, ਪਹਿਲਾਂ ਇੱਕ ਹਾਂਜੀ ਕਰ ਲਓ ਤੁਸੀਂ ਪਹਿਲਾਂ, ਕੋਈ ਗੱਲ ਨਹੀਂ, ਮੈਂ ਬਾਅਦ ਕਰ। ਗॉड ਮਾਰਚਸ ਵਿਦ ਦ ਬਿਗ ਬਟਾਲੀਅਨ। ਪ੍ਰਸ਼ਾਂਤ ਕਿਸ਼ੋਰ ਜੀ ਹਮੇਸ਼ਾ ਉਹਨਾਂ ਦੇ ਨਾਲ ਖੜੇ ਸੀ ਜਿਨ੍ਹਾਂ ਦੀ ਜਿੱਤਣ ਦੀ ਵਾਰੀ ਸੀਗੀ। ਇੱਕ ਤਾਂ ਇਹ ਆਪਾਂ ਅੰਦਾਜ਼ਾ ਲਾ ਕੇ ਦੇਖ ਲਈਏ ਕਿ ਅਮਰਿੰਦਰ ਤੋਂ ਦੂਸਰੀ ਵਾਰੀ ਉਹ ਦੌੜ ਗਏ ਸੀਗੇ, ਸਭ ਕੁਝ ਦਿੱਤਾ ਸੀ ਉਹਨਾਂ ਨੂੰ, VIP ਮੇਰੇ ਖਿਆਲ ਸਟੇਟਸ ਵੀ ਦਿੱਤਾ ਸੀ, ਉੱਥੋਂ ਚਲੇ ਜਾਂਦੇ ਆ। ਹੁਣ ਉਹ ਰੀਅਲ ਪੋਲਿਟਿਕਸ ਦੇ ਵਿੱਚ ਹੈ। ਰੀਅਲ ਪੋਲਿਟਿਕਸ ਆਲਟ ਕਦੇ ਡਿਫਰੈਂਟ ਆ ਜਿਹੜੀ ਥਿਓਰੈਟੀਕਲ ਪੋਲਿਟਿਕਸ ਹੈਗੀ ਆ। ਬਿਹਾਰ ਦੇ ਵਿੱਚ ਉਹ ਸਾਰਾ ਜ਼ੋਰ ਲਾ ਲੈਣ, ਕੋਈ ਭਵਿੱਖਬਾਣੀ ਕਰਨੀ ਤਾਂ ਬਹੁਤੀ ਠੀਕ ਨਹੀਂ ਹੁੰਦੀ, ਚੰਗੀ ਵੀ ਨਹੀਂ ਹੁੰਦੀ। ਮੈਨੂੰ ਨਹੀਂ ਲੱਗਦਾ ਨਿਰਾਸ਼ਾ ਹੀ ਹੱਥ ਉਹਨਾਂ ਦੇ ਵਿੱਚ ਆਊਗੀ। ਇੱਕ ਗੱਲ ਬਹੁਤ ਕਲੀਅਰ ਹੈਗੀ ਆ ਕਿ ਪਿੱਛੇ ਜੇ ਇੱਕ ਸਟੇਟ ਆਫ ਨੇਸ਼ਨ ਸਰਵੇ ਹੋਇਆ ਸੀਗਾ, ਉਹਦੀਆਂ ਮੈਂ ਡਿਟੇਲਸ ਦੇਖਣੀਆਂ। ਉਹ ਸਟੇਟ ਆਫ ਨੇਸ਼ਨ ਸਰਵੇ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਸੀ ਕਿ ਪ੍ਰਧਾਨ ਮੰਤਰੀ ਜਿਹੜੇ ਮੋਦੀ ਸਾਹਿਬ ਆ, ਇਹਨਾਂ ਦਾ ਜਿਹੜੀ ਪਾਪੂਲੈਰਿਟੀ ਜਿਹੜੀ 2013 ਤੋਂ ਉੱਪਰ ਹੀ ਉੱਪਰ ਜਾ ਰਹੀ ਸੀ, ਉਹ ਥੋੜੀ ਜਿਹੀ ਰੁਕ ਗਈ, ਇੱਕ ਨੌਚ ਥੱਲੇ ਵੀ ਆਈ ਹੈ। ਤੇ ਜਿਹੜੇ ਰੀਜਨਲ ਪਾਰਟੀਆਂ ਦੇ ਲੀਡਰ ਸੀਗੇ, ਇਹ ਵੀ ਜਿਹੜੇ ਪ੍ਰਾਈਮ ਮਿਨਿਸਟਰ ਵਾਲੇ ਕੈਂਡੀਡੇਟ ਸੀ, ਉਹ ਮਮਤਾ ਜੀ ਸੀਗੇ, ਆਪਣੇ ਕੇਜਰੀਵਾਲ ਸਾਹਿਬ ਸੀਗੇ, ਅਖਿਲੇਸ਼ ਸੀਗੇ, ਜਿਹੜਾ ਸਾਲ ਕੁ ਪਹਿਲਾਂ ਇਹਨਾਂ ਦੀ ਚੋਇਸ ਬਣਦੀ ਸੀਗੀ, ਉਹ ਹੌਲੀ ਹੌਲੀ ਉੱਥੋਂ ਘਟ ਗਏ, ਸਾਰੀ ਰਾਹੁਲ ਗਾਂਧੀ ਦੇ ਕੋਲ ਪਹੁੰਚ ਗਏ। ਤਾਂ ਰਾਹੁਲ ਗਾਂਧੀ ਦਾ ਕਾਫੀ ਮੀਟਰਿਕ ਰॉयस ਹੋਇਆ ਐਜ਼ ਏ ਐਕਸੈਪਟਡ ਲੀਡਰ ਲੋਕਾਂ ਵਾਲੇ ਪਾਸੇ ਤੋਂ। ਮੈਂ ਗੱਲ ਫਿਰ ਇਹ ਕਹਿਣਾ ਕਿ ਜਦੋਂ ਲੋਕ ਪਹਿਲਾਂ ਦੇ ਮੁਕਾਬਲੇ ਤੇ ਡਿਸਟਿੰਕਟ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਬਹੁਤ ਤੰਗੀਆਂ ਵਾ, ਬਹੁਤ ਉਹਨਾਂ ਦੇ ਸਾਹਮਣੇ ਮੁਸ਼ਕਲਾਂ ਹੈਗੀਆਂ,
ਪਰ ਸਾਡੇ ਪਿਛਲੇ 70 ਸਾਲ ਜਿੰਨਾ ਇਲੈਕਸ਼ਨ ਜਿਹੜੀਆਂ ਹੈਗੀਆਂ ਵਾ, ਖਾਸ ਕਰਕੇ 75 ਸਾਲ ਦੇ ਵਿੱਚ ਲੋਕੀ ਥੋੜੇ ਪੋਲੀਟੀਕਲ ਹੋਏ ਆ, ਲੋਕੀ ਥੋੜੇ ਡਿਸਟਿੰਕਟ ਕਰਨ ਡੈ ਪਏ ਆ, ਲੋਕੀ ਇਹ ਚੀਜ਼ਾਂ ਨੂੰ ਸੋਚਣ ਡੈ ਪਏ ਆ ਵੀ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ, ਇਨਸਪਾਈਟ ਆਫ ਕੇ ਸਾਰੀਆਂ ਉਹਨਾਂ ਦੀਆਂ ਸਮੱਸਿਆ ਉਹਦੇ ਵਿੱਚ ਹੈਗੀਆਂ। ਜਿਹੜੀ ਗੱਲ ਪ੍ਰਸ਼ਾਂਤ ਕਿਸ਼ੋਰ ਜੀ ਕਹਿ ਰਹੇ ਆ, ਉਹ ਪ੍ਰਸ਼ਾਂਤ ਕਿਸ਼ੋਰ ਜੀ ਜਿਹੜਾ ਇਹਨਾਂ ਸਟੇਟਾਂ ਦੀ ਗੱਲ ਕਰ ਰਹੇ ਆ, ਤੁਸੀਂ ਲੋਕਾਂ ਦੇ ਕਿੱਦਾਂ ਤੁਸੀਂ ਉਹਨੂੰ ਇਸ ਸਮੇਂ ਪ੍ਰੈਡਿਕਟ ਕਰ ਸਕਦੇ? ਪੰਜਾਬ 'ਚ ਗੱਲ ਬਹੁਤ ਕਲੀਅਰ ਹੈ। ਮੈਨੂੰ ਨਹੀਂ ਲੱਗਦਾ, ਮੇਰੀ ਪਰਸਨਲ ਲੱਗੀ ਹੈ ਵੀ ਕਾਂਗਰਸ ਦਾ ਤੇ ਆਪ ਦਾ ਸਮਝੌਤਾ ਸ਼ਾਇਦ ਨਾ ਹੋਵੇ। ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਸ਼ਾਇਦ ਇਹ ਹੋ ਜਾਵੇ। ਜੇ ਇਹ ਦੋਵੇਂ ਲੜਦੇ ਆ ਤੇ ਫਾਈਟ ਇਹਨਾਂ ਦੋਵਾਂ ਦੇ ਵਿੱਚ, ਮੇਜਰ ਫਾਈਟ ਇਹਨਾਂ ਦੇ ਵਿੱਚ ਹੋਊਗੀ। ਫਿਰ ਅਕਾਲੀ ਦਲ ਵੀ ਜਿਹੜਾ ਹੈਗਾ ਸਾਈਡ ਤੇ ਹੋਊਗਾ, ਬੀਜੇਪੀ ਵਾਲੇ ਜਿਹੜੇ ਹੈਗੇ ਆ ਉਸ ਤਰੀਕੇ ਦੀ ਕਨਫਰੰਟੇਸ਼ਨ ਨਹੀਂ ਕਰਨਗੇ। ਹਾਂ, ਜੇ ਇਕੱਠੇ ਹੁੰਦੇ ਆ ਤੇ ਜਿਹੜਾ ਦੂਸਰੇ ਪਾਸੇ ਇਹਨਾਂ ਦੇ ਸਾਹਮਣੇ ਜਿਹੜੀ ਆ ਇਹ ਧਿਰ ਜਿਹੜੀ ਆ ਅਕਾਲੀਆਂ ਵਾਲੀ ਆ ਬੀਜੇਪੀ ਵਾਲੀ ਆ ਉਹ ਖੜੀ ਹੋ ਜੂਗੀ, ਔਰ ਫਿਰ ਇਹਨਾਂ ਨੂੰ ਉਹਨਾਂ ਦੇ ਨਾਲ ਫਾਈਟ ਕਰਨਾ ਪਊਗਾ। ਜ਼ਰੂਰੀ ਨਹੀਂ ਹੈ ਕਿ ਲੋਕ ਇਹਨਾਂ ਦੋਵਾਂ ਨੂੰ ਇਕੱਠਿਆਂ ਹੋਣ ਦੇ ਵਿੱਚ ਉਹਨਾਂ ਨੂੰ ਲਾਈਕ ਕਰਨ, ਫਿਰ ਲੋਕੀ ਆਪਣੇ ਤਰੀਕੇ ਦੇ ਨਾਲ ਕਰਨਗੇ। ਜੇ ਬਾਈ ਚਾਂਸ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਐਡਵਾਂਟੇਜ ਮਿਲ ਸਕਦਾ ਇਸ ਇਲੈਕਸ਼ਨ ਦੇ ਵਿੱਚ, ਕਿਉਂਕਿ ਇਹ ਇਲੈਕਸ਼ਨ ਨੈਸ਼ਨਲ ਇਲੈਕਸ਼ਨ ਹੈਗੀ ਆ। ਇਹ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਜਿਹੜੀ ਚੋਇਸ ਉਹਦੇ ਵਿੱਚ ਬਸ਼ਰਤੇ ਕਿ ਕਾਂਗਰਸ ਵਾਲੇ ਜਿਹੜੇ ਉਹ ਕੈਂਡੀਡੇਟ ਖੜੇ ਕਰਨ ਜਿਹੜੇ ਕੈਂਡੀਡੇਟ ਲੋਕਾਂ ਦੇ ਨਾਲ ਜੁੜੇ ਆ, ਜਾਂ ਜਿਹੜੇ ਕੈਂਡੀਡੇਟ ਲੋਕਾਂ ਦੇ ਵਿੱਚ ਜਿਹੜਾ ਹੈਗਾ ਆਰਗੂ ਕਰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਲੱਗਦਾ ਹੈ ਪ੍ਰਸ਼ਾਂਤ ਕਿਸ਼ੋਰ ਜੀ ਨੂੰ ਵੀ ਇਸ ਵਾਰ ਤਬਦੀਲੀ ਹੋ ਜਾਊਗੀ। ਉਹ ਤਬਦੀਲੀ ਦੇ ਇੱਕ ਸਿੰਬੋਲਿਕ ਤੌਰ ਦੇ ਉੱਤੇ ਦੋ ਮੈਂ ਇੱਥੇ ਰੈਫਰ ਕਰਨਾ ਚਾਹੂੰਗਾ। ਇੱਕ ਕਰਾਨਾ ਦੇ ਵਿੱਚ ਤੁਹਾਨੂੰ ਯਾਦ ਹੋਵੇ ਕਿ ਜਿਹੜੀ ਖਾਸ ਕਰਕੇ ਜਿੱਥੋਂ ਉਸ ਸਮੇਂ ਦੰਗੇ ਸ਼ੁਰੂ ਹੋਏ ਸੀ 2013 ਦੇ ਵਿੱਚ 6-7-8 ਮਹੀਨੇ ਉੱਥੇ ਬਾਈ ਇਲੈਕਸ਼ਨ ਹੋਈ ਸੀਗੀ। ਸਾਰਾ ਜ਼ੋਰ ਲਾਉਣ ਦੇ ਬਾਅਦ ਵੀ ਉਹ ਬਾਈ ਇਲੈਕਸ਼ਨ ਜਿਹੜੀ ਸੀਗੀ ਆਪੋਜੀਸ਼ਨ ਜਿੱਤੀ ਸੀਗੀ। ਰੀਸੈਂਟ ਇਲੈਕਸ਼ਨ ਹੋਈ ਆ ਕੋਸੀ ਦੇ ਵਿੱਚ, ਉਹਦਾ ਤੁਸੀਂ ਐਨਾਲਿਸਿਸ ਪੜ੍ਹ ਕੇ ਵੇਖੋ ਕਿ ਕਿੱਦਾਂ ਲੋਕਾਂ ਨੇ ਰਿਸਪੌਂਡ ਕੀਤਾ, ਕਿਸ ਤਰੀਕੇ ਦੇ ਨਾਲ ਇਲੈਕਸ਼ਨ ਤੋਂ ਪਹਿਲਾਂ ਬੀਜੇਪੀ 'ਚ ਕਿੰਨੀਆਂ ਭਾਰੀ ਭੜਕਮ ਰੈਲੀਆਂ ਸੀਗੀਆਂ, ਸਾਰਾ ਜ਼ੋਰ ਲਾਤਾ ਸੀਗਾ, ਸਾਰਾ ਕੁਝ ਸਟੇਕ ਦੇ ਉੱਤੇ ਸੀ, ਪਰ ਲੋਕਾਂ ਨੇ ਆਪਣੇ ਤਰੀਕੇ ਨਾਲ ਫੈਸਲਾ ਦਿੱਤਾ। ਮੈਨੂੰ ਇਹ ਲੱਗਦਾ ਕਿ ਪੋਸੀਬਲੀ ਅਲਾਇੰਸ ਹੋ ਜਾਵੇ, ਬਹੁਤ ਵਧੀਆ ਹੈ। ਨਹੀਂ ਤਾਂ ਲੋਕੀ ਕੋਈ ਨਾ ਕੋਈ ਆਪਣਾ ਵਿਊਟ ਬਣਾ ਦੇਣਗੇ। ਕਦੀ ਵੀ ਦੇਸ਼ ਦੇ ਵਿੱਚ ਚੋਣਾਂ ਤੋਂ ਪਹਿਲਾਂ ਅੱਜ ਤੱਕ ਕਦੀ ਵੀ ਆਪੋਜੀਸ਼ਨ ਪਾਰਟੀਆਂ ਦਾ ਅਲਾਇੰਸ ਨਹੀਂ ਹੋਇਆ। ਆਪਾਂ ਸਾਰਿਆਂ ਨੂੰ ਪਤਾ ਕਿ 77 ਦੇ ਵਿੱਚ ਜਦੋਂ ਇਲੈਕਸ਼ਨਾਂ ਡਿਕਲੇਅਰ ਕਰਤੀਆਂ ਸੀ, ਜਗਜੀਵਨ ਰਾਮ ਜੀ CFT ਬਣਾ ਕੇ ਆ ਗਏ ਸੀ, ਹੁਣੇ ਪਹਿਲੀ ਵਾਰੀ ਹੋਇਆ। ਲੀਡਰਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਜ਼ਰੂਰੀ ਨਹੀਂ ਕਿ ਅਸੀਂ ਅੜੇ ਰਵਾਂਗੇ ਤੇ ਲੋਕੀ ਸਾਡੇ ਨਾਲ ਹੋਣਗੇ। ਹੋ ਸਕਦਾ ਲੋਕੀ ਦੂਸਰੇ ਪਾਸੇ ਵੱਲ ਜਾ ਕੇ ਆਪਣੇ ਤਰੀਕੇ ਦੇ ਨਾਲ ਕੋਈ ਚੋਇਸ ਲੱਭ ਕੇ ਕੋਈ ਆਲਟਰਨੇਟਿਵ ਜਿਹੜੀ ਹੈਗੀ ਆ ਆਪਣੀ ਜਿਹੜੀ ਰਾਏ ਉਹਦੇ ਵਿੱਚ ਵਿਅਕਤ ਕਰ ਦੇਣ। ਸਿੱਧਾ ਜਗਤਾਰ ਸਿੰਘ ਜੀ, ਪੰਜਾਬ ਦੇ ਵਿੱਚ ਤਾਂ ਜੇਕਰ ਮੈਂ ਦੇਖਾਂ ਕਿ ਜਿਹੜੇ MP ਨੇ ਅੱਜ ਕਾਂਗਰਸ ਦੇ, ਉਹ ਮੈਜੋਰਿਟੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਮਿਲ ਰਹੇ ਨੇ ਵੀ ਜੇ ਆਪਣਾ ਅਲਾਇੰਸ ਹੋ ਗਿਆ ਨਾ ਆਪਾਂ ਰਲ ਕੇ ਲੜਾਂਗੇ। ਜਿਹੜੇ ਉਧਰਲੇ ਦਾਅਵੇਦਾਰ ਨੇ ਤੇ ਜਿਹੜੇ ਇੱਧਰਲੇ, ਜਿਹੜੇ MP ਨਹੀਂ ਹੈ ਹੁਣ ਸਿਟਿੰਗ ਨਹੀਂ ਹੈ, ਉਹ ਵਿਰੋਧ ਕਰ ਰਹੇ ਨੇ। ਉਹ ਕਹਿ ਰਹੇ ਨੇ ਵੀ ਨਹੀਂ, ਸਾਡਾ ਅਲਾਇੰਸ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਆਪਣੇ ਆਪ ਹੋਣਾ ਚਾਹੀਦਾ। ਮਤਲਬ ਪਾਰਟੀਆਂ 'ਚ ਵੀ ਵਖਰੇਵੇਂ ਨੇ ਜਿਹੜੇ ਆਪੋ ਆਪਣੇ ਇੰਟਰਸਟ ਨੂੰ ਲੈ ਕੇ। ਆਪਾਂ ਪਹਿਲਾਂ ਗੱਲ ਕਰੀਏ ਥੋੜੀ ਜਿਹੀ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਇਲੈਕਸ਼ਨ ਇਹਨਾਂ ਨੇ ਮੈਨੇਜ ਕੀਤੀ ਸੀ 2017 ਦੀ, ਉਸ ਤੋਂ ਬਾਅਦ ਕਾਂਗਰਸ ਦੇ ਇੱਕ ਸੈਕਸ਼ਨ ਦੇ ਵਿੱਚ ਖਾਸੀ ਰਿਜ਼ੈਂਟਮੈਂਟ ਸੀ। ਉਹ ਕਹਿੰਦੇ ਵੀ ਇਹਨੇ ਵਾਅਦੇ ਐਸੇ ਕਰਾਤੇ ਜਿਹੜੇ ਪੂਰੇ ਹੀ ਨਹੀਂ ਹੋ ਸਕਦੇ। ਕਹਿੰਦੇ ਸੰਤ ਪਰਵਾਹ ਤਾਂ ਉਲਟਾ ਸਿਚੁਏਸ਼ਨ ਤਾਂ ਆਲਰੇਡੀ ਕਾਂਗਰਸ ਦੇ ਹੱਕ ਦੇ ਵਿੱਚ ਸੀਗੀ ਕਿ ਬਰਗਾੜੀ ਨੇ ਖਾਸ ਕਰਕੇ ਸਿਚੁਏਸ਼ਨ ਸਾਰੀ ਪੰਜਾਬ ਦੀ ਚੇਂਜ ਕਰਤੀ ਸੀਗੀ। ਉਹ ਸਿਚੁਏਸ਼ਨ ਅੱਜ ਵੀ ਉੱਥੇ ਹੀ ਖੜੀ ਹੈ। ਦੇਖੋ ਕਮਾਲ ਦੀ ਗੱਲ ਇਹ ਸਰਵੇ ਵਗੈਰਾ 'ਚ ਕਿਸੇ ਦੇ ਵਿੱਚ ਨਹੀਂ ਆਉਂਦੀ। ਜਿਹੜਾ ਇਹ ਪਾਰਟੀਆਂ ਸਰਵੇ ਕਰਾਉਂਦੀਆਂ ਤੇ ਜਿਹੜਾ ਮੈਂ ਦੇਖਿਆ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਬਰਗਾੜੀ ਜਿਹੜਾ ਆਪ ਦਾ ਸਰਵੇ ਸੀ ਉਹਦੇ 6% ਫੈਕਟਰ ਆਉਂਦਾ ਸੀ ਸਾਰਾ, ਲੇਕਿਨ ਵੋਟਾਂ ਪੈ ਉਸ ਹਿਸਾਬ ਤੇ ਪੈਂਦੀਆਂ। ਸੋ ਕੁਛ ਗੱਲਾਂ ਸਰਵੇ 'ਚ ਇਹਨਾਂ ਦੇ ਵਿੱਚ ਨਹੀਂ ਆਉਂਦੀਆਂ ਤੇ ਕਾਂਗਰਸ ਹੀ ਇੱਕ ਸੈਕਸ਼ਨ ਇਹਦੇ ਖਿਲਾਫ ਸੀਗਾ, ਔਰ ਜਦੋਂ ਇਹਨੂੰ ਕੈਬਨਿਟ ਰੈਂਕ ਦਿੱਤਾ ਕੈਪਟਨ ਸਾਹਿਬ ਨੇ ਉਦੋਂ ਵੀ ਖਿਲਾਫ ਸੀ। ਸੋ ਇਹ ਤਾਂ ਪੰਜਾਬ ਦੇ ਵਿੱਚ ਇਹਦੀ ਆਪਣੀ ਇਸ ਵੇਲੇ ਦੀ ਸਟੈਂਡਿੰਗ ਹੈਗੀ ਹੈ। ਜਿਹੜੀ ਗੱਲਬਾਤ ਹੈ ਕਿ ਜੇ ਉਹਨਾਂ ਦਾ ਜਿਹੜਾ ਆਪਣੀ ਐਡਵਾਈਸ ਦਿੱਤੀ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਕਿ ਆਹ ਸਟੇਟ ਸੇ ਛੱਡ ਦੇਣ ਤਾਂ ਜ਼ਿਆਦਾ ਇਫੈਕਟਿਵ ਹੋਏਗਾ। ਜੇ ਆਪਾਂ ਦੇਖੀਏ ਕਿ ਜਦੋਂ ਸ਼ੁਰੂ ਦੇ ਵਿੱਚ ਜਦੋਂ ਇਹ ਖਬਰਾਂ ਛਪੀਆਂ ਸੀ ਕਿ ਇਹ ਅਲਾਇੰਸ ਹੋ ਰਹੀ ਹੈ, ਉਹ ਪਹਿਲੇ ਦਿਨਾਂ ਦੇ ਵਿੱਚ ਹੀ ਖਬਰਾਂ ਛਪੀਆਂ ਸੀਗੀਆਂ ਵੀ 4 ਤੋਂ 450 ਸੀਟਾਂ ਦੇ ਉੱਤੇ ਤਾਂ ਅੰਡਰਸਟੈਂਡਿੰਗ ਹੋ ਸਕਦੀ ਹੈ ਤੇ ਬਾਕੀ ਸੀਟਾਂ ਖੁੱਲੀਆਂ ਛੱਡੀਆਂ ਜਾ ਸਕਦੀਆਂ। ਸੋ ਉਹ ਡਿਸਕਸ ਲਗਾਤਾਰ ਹੁੰਦਾ ਰਿਹਾ ਹੈ। ਦੂਸਰਾ ਓਪੀਨੀਅਨ ਇਹ ਸੀ ਕਿ 1 on 1 ਜੇ ਸਾਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤੇ ਫਿਰ ਫਾਈਟ
ਬਹੁਤ ਤਕੜੀ ਹੋ ਜਾਏਗੀ। ਅਦਰਵਾਈਜ਼ ਬੀਜੇਪੀ ਕਿਤੇ ਕਿਤੇ ਡੋਮੀਨੇਟ ਕਰ ਸਕਦੀ ਹੈ। ਸੋ ਉਸ ਸਿਚੁਏਸ਼ਨ ਦੇ ਵਿੱਚ ਪੰਜਾਬ ਤੇ ਆਪਾਂ ਜਦੋਂ ਗੱਲ ਕਰੀਏ, ਆਪਾਂ ਜ਼ਿਆਦਾ ਪੰਜਾਬ ਦੀ ਦੇਖਦੇ ਹਾਂ। ਪੰਜਾਬ, ਵੈਸਟ ਬੰਗਾਲ, ਦਿੱਲੀ, ਕੇਰਲ, 4 ਸਟੇਟਸ ਦੀ ਗੱਲ ਚੱਲ ਰਹੀ ਹੈ ਜਿੱਥੇ ਐਡਜਸਟਮੈਂਟ ਮੇਨਲੀ ਹੋਣੀ ਹੈ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਜਦੋਂ ਖੁੱਲ੍ਹ ਕੇ ਕਿਹਾ ਕਿ ਆਪਾਂ ਗਿਵ ਐਂਡ ਟੇਕ ਦੀ ਪਾਲਿਸੀ ਕਰਨੀ, ਜਦੋਂ ਭਗਵੰਤ ਮਾਨ ਨੇ ਮੁੰਬਈ ਮੀਟਿੰਗ ਦੇ ਵਿੱਚ ਕਿਹਾ ਕਿ ਅਸੀਂ 13 ਨੇ 13 ਸੀਟਾਂ ਪੰਜਾਬ ਦੇ ਵਿੱਚ ਲੜਾਂਗੇ, ਤੇ ਉਸ ਤੋਂ ਬਾਅਦ ਕੇਜਰੀਵਾਲ ਹੋਰਾਂ ਨੇ ਕਿਹਾ ਬਈ ਅਸੀਂ ਅਕੋਮੋਡੇਸ਼ਨ ਦੇਖਾਂਗੇ, ਸਾਰੇ ਅਕੋਮੋਡੇਟ ਕਰਾਂਗੇ ਇੱਕ ਦੂਜੇ ਨੂੰ। ਤਾਂ ਉਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਬਾਰਗੇਨਿੰਗ ਸੀ, ਜੋ ਵੀ ਸੀ, ਉਹ ਗੱਲ ਵੱਖਰੀ ਹੈਗੀ ਹੈ। ਪੰਜਾਬ ਦੇ ਵਿੱਚ ਸਿਚੁਏਸ਼ਨ ਬਹੁਤ ਦਿਲਚਸਪ ਹੈ। MP ਸਿਟਿੰਗ ਚਾਹੁੰਦੇ ਆ ਕਿ ਅਲਾਇੰਸ ਹੋਵੇ। ਜਿਨ੍ਹਾਂ ਨੇ ਇਲੈਕਸ਼ਨ ਨਹੀਂ ਲੜਨੀ ਲੋਕ ਸਭਾ ਦੀ, ਉਹ ਕਹਿੰਦੇ ਨਾ ਹੋਵੇ। ਉਹ ਆਪਣੇ ਇੰਟਰਸਟ ਉਸ ਤੋਂ ਬਾਅਦ ਦੇ ਦੇਖਦੇ ਆ। ਮੈਂ ਲਗਾਤਾਰ ਇੱਕ ਪੁਆਇੰਟ ਕਹਿਣਾ ਹੁੰਦਾ ਕਿ ਜੇ ਬੀਜੇਪੀ ਇਸ ਵਾਰੀ ਇਲੈਕਸ਼ਨ ਜਿੱਤ ਕੇ ਆ ਗਈ ਤੇ ਇਹਨਾਂ ਦੀ ਹੋਂਦ ਕੀ ਬਰਕਰਾਰ ਰਹੇਗੀ। ਜਿਹੜੇ ਕਹਿੰਦੇ ਆ ਵੀ ਇਹ ਇੰਡੀਆ ਅਲਾਇੰਸ ਨਹੀਂ ਹੋਣੀ ਚਾਹੀਦੀ, ਪੰਜਾਬ ਦੇ ਕਾਂਗਰਸੀ ਪੰਜਾਬ ਵਿੱਚ ਨਹੀਂ ਹੋਣੀ ਚਾਹੀਦੀ। ਸੋ ਜਦੋਂ ਬਰਾਡਰ ਇਸ਼ੂਜ਼ ਹੋਣ ਤੇ ਉਦੋਂ ਲੋਕਲ ਲੈਵਲ ਤੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪਏਗਾ। ਇੱਕ ਵਾਰੀ ਜੇ ਸਿਚੁਏਸ਼ਨ ਦਿੱਲੀ ਦੇ ਵਿੱਚ ਚੇਂਜ ਹੋ ਜਾਂਦੀ ਹੈ, ਉਸ ਤੋਂ ਬਾਅਦ ਸਟੇਟਸ ਦੇ ਵਿੱਚ ਤੁਸੀਂ ਕਿਵੇਂ ਵਿਚਰਨਾ ਹੈ, ਉਹ ਗੱਲ ਵੱਖਰੀ ਹੁੰਦੀ ਹੈ। ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਦਲ ਭਾਵੇਂ 18% ਵੋਟ ਬੇਸ ਉਹਨਾਂ ਦਾ ਕਾਇਮ ਹੈ, ਅਕਾਲੀ ਦਲ ਦਾ ਵੋਟ ਬੇਸ ਕਾਇਮ ਹੈ, ਪਰ ਕੀ ਉਹ ਇਹਨਾਂ ਲੀਡਰਸ ਨੂੰ ਲੋਕ ਵੋਟ ਪਾਉਂਦੇ ਆ? ਔਰ 18% ਨਾਲ ਇਲੈਕਸ਼ਨ ਨਹੀਂ ਜਿੱਤੀ ਜਾਂਦੀ ਹੁੰਦੀ। ਆਪਾਂ ਦੇਖ ਲਿਆ ਸਾਰਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਸਭ ਕੁਝ। ਹੁਣ 3 ਸੀਟਾਂ ਤਾਂ ਇਹਨਾਂ ਦੀ ਅਕਾਲੀ ਦਲ ਦੇ ਰਹਿ ਗਈਆਂ, ਔਰ ਹੁਣ ਤੱਕ ਰਿਵਾਈਵਲ ਦਾ ਚਾਂਸ ਕੋਈ ਨਹੀਂ। ਇਸ ਕਰਕੇ ਪੰਜਾਬ ਦੇ ਵਿੱਚ ਜੇ ਇਹ ਵਿਊ ਬਣਦਾ ਹੋਵੇ ਕਿ ਅਲਟੀਮੇਟਲੀ ਜੇ ਇਹ ਦੋਵੇਂ ਇਕੱਠੇ ਹੋ ਜਾਂਦੇ ਹੈ, ਮੈਂ ਇਕੱਠੇ ਹੋਣ ਦੀ ਜਿਹੜੀ ਮੈਂ ਗੱਲ ਕਰਦਾ, ਮੈਂ ਪਹਿਲਾਂ ਵੀ ਕਲੀਅਰ ਕੀਤੀ ਸੀਗੀ, ਇਹ ਐਡਜਸਟਮੈਂਟ ਜਾਂ ਅਰੇਂਜਮੈਂਟ ਵੀ ਆਹ ਸੀਟਾਂ ਤੁਸੀਂ ਲੜ ਲਓ, ਆਹ ਅਸੀਂ ਲੜ ਲੈਣੇ। ਅਲਾਇੰਸ ਡਿਫਰੈਂਟ ਹੁੰਦੀ ਹੈ, ਅਰੇਂਜਮੈਂਟ ਡਿਫਰੈਂਟ ਹੁੰਦਾ ਹੈ। ਅਰੇਂਜਮੈਂਟ ਦੇ ਵਿੱਚ ਇਲੈਕਸ਼ਨ ਲੜਦੀ, ਅਲਾਇੰਸ ਦੇ ਵਿੱਚ ਇਹ ਦੋਵੇਂ ਟੈਕਨੀਕਲ ਵਰਡ ਹੈ, ਪ੍ਰੈਸ ਸਿੱਖ ਹੋਰਾਂ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਸਕਦੇ ਹੈ। ਸੋ ਉਸ ਸਿਚੁਏਸ਼ਨ ਦੇ ਵਿੱਚ ਜੇ ਸੋਚੋ ਵੀ ਅਕਾਲੀ ਦਲ ਆਪਣੇ ਆਪ ਰਿਵਾਈਵ ਹੋ ਜਾਏਗਾ, ਜਿਹਨੇ ਇਸ਼ੂਸ ਕਰਕੇ ਡਾਊਨ ਗਿਆ, ਤੇ ਉਹ ਹਜੇ ਪੋਸੀਬਲ ਨਹੀਂ ਲੱਗਦਾ ਮੈਨੂੰ। ਇਸ ਕਰਕੇ ਪੰਜਾਬ ਦੀ ਸਿਚੁਏਸ਼ਨ ਬੰਗਾਲ ਤੋਂ ਵੱਖਰੀ ਹੈ। ਇੱਥੇ ਜਿਹੜੀ ਮੇਨ ਆਪੋਜੀਸ਼ਨ ਹੈ, ਜਿਹੜੀ ਰਿਵਾਈਵ ਹੋ ਸਕਦੀ ਹੈ, ਉਹ ਅਕਾਲੀ ਦਲ ਹੈ, ਲੇਕਿਨ ਅਕਾਲੀ ਦਲ ਇਸ ਪੋਜੀਸ਼ਨ ਦੇ ਵਿੱਚ ਨਹੀਂ ਹੈ। ਜੇ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਇਨ ਅਰੇਂਜਮੈਂਟ ਇਲੈਕਸ਼ਨ ਲੜਦੇ ਆ, ਮੇਰੇ ਖਿਆਲ 'ਚ 13 ਨੇ 13 ਸੀਟਾਂ ਲਿਜਾ ਸਕਦੇ ਆ। ਪ੍ਰੋਫੈਸਰ ਸਾਹਿਬ, ਜਿਵੇਂ ਇੱਕ ਅਗਲੀ ਗੱਲ, ਜਿਵੇਂ ਆਪਾਂ ਆਮ ਸੋਚਦੇ ਹਾਂ ਕਿ ਸੱਤਾ 'ਚ ਗਿਰਾਵਟ ਆ ਗਈ, ਬਾਕੀ ਇਹ ਗੱਲ ਤਾਂ ਹੁਣ ਸਾਰੇ ਐਕਸੈਪਟ ਕਰਦੇ ਨੇ ਨਾਰਮਲੀ ਕਿ ਸਾਡੀ ਪੋਲਿਟਿਕਸ ਕਰਪਟ ਹੋ ਗਈ ਹੈ, ਤੇ ਐਂਟੀ ਕਰਪਸ਼ਨ ਮੂਵਮੈਂਟ ਵੀ ਆਈ, ਉਹਦੇ 'ਚੋਂ ਵੀ ਇੱਕ ਪਾਰਟੀ ਆਈ, ਤੇ ਉਹ ਪਾਰਟੀ ਵੀ ਜਦੋਂ ਸੱਤਾ 'ਚ ਆਈ ਤਾਂ ਉਹਦੇ ਤੇ ਵੀ ਬੜੇ ਸਵਾਲ ਉੱਠ ਰਹੇ ਨੇ ਕਿ ਕਿਹੜਾ ਮੰਤਰੀ, ਆਪ ਹੀ ਉਹਨਾਂ ਨੇ ਆਪਦੇ ਮੰਤਰੀਆਂ ਖਿਲਾਫ ਕਈ ਗੱਲ ਤਾਂ ਕੀਤਾ ਨਾ ਵੀ ਆਹ ਮੰਤਰੀ ਪੈਸੇ ਲੈਣ ਲਈ ਗੱਲ ਕਰ ਰਿਹਾ ਸੀ, ਆ ਫਲਾਨਾ, ਤੇ ਉਹਦੇ ਤੋਂ ਬਾਅਦ ਵੀ ਜੇ ਉਹਨਾਂ ਖਿਲਾਫ ਕਾਰਵਾਈ ਵੀ ਹੋਈ, ਹੋਰ ਨਹੀਂ ਕੋਈ। ਫਿਰ ਪ੍ਰਧਾਨ ਮੰਤਰੀ ਜਦੋਂ ਪਹਿਲੀ ਵਾਰ ਨਰਿੰਦਰ ਮੋਦੀ ਪਾਰਲੀਮੈਂਟ 'ਚ ਆਏ ਨੇ ਤਾਂ ਬੜਾ ਪੂਰਾ ਐ ਲੇਟ ਕੇ ਉਹਨਾਂ ਨੇ ਇੱਕ ਜਿਵੇਂ ਉਹ ਕੀਤਾ, ਜਿਵੇਂ ਧਾਰਮਿਕ ਜਗ੍ਹਾ ਤੇ ਕੋਈ ਜਾਂਦਾ ਹੈ ਨਾ, ਉਸ ਤਰੀਕੇ ਦਾ ਵੀ ਪਵਿੱਤਰ ਸਦਨ ਹੈ। ਉਹਨਾਂ ਨੇ ਇੱਕ ਗੱਲ ਇਹ ਕੀਤੀ ਸੀ ਪਹਿਲੀ ਆਪਣੀ ਉਹਦੇ 'ਚ ਸਪੀਚ 'ਚ ਕਿ ਮੈਂ ਕੋਈ ਇਹੋ ਜਿਹਾ ਬੰਦੋਬਸਤ ਕਰੂੰਗਾ ਕਿ ਜਿੰਨੇ ਵੀ ਚੁਣੇ ਹੋਏ ਪ੍ਰਤੀਨਿਧੀ ਨੇ, ਖਾਸ ਤੌਰ ਤੇ MLA MP, ਉਹ ਵਿਦਨ ਈਅਰ 1 ਸਾਲ ਦੇ ਵਿੱਚ ਅਦਾਲਤਾਂ ਨੂੰ ਅਸੀਂ ਇਹ ਕਹਾਂਗੇ ਕਿ ਤੁਸੀਂ ਇਹਨਾਂ ਦੇ ਕੇਸ ਨਿਪਟਾ ਦਿਓ ਜਿਹੜੇ ਵੀ ਹੈਗੇ ਨੇ, ਤਾਂ ਕਿ ਅੱਗੇ ਨੂੰ ਫਿਰ ਫਰੈਸ਼ ਲੋਕ ਆਉਣ, ਕ੍ਰਿਮੀਨਲ ਚਾਰਜਸ ਵਾਲੇ ਬੰਦੇ ਜਿਹੜੇ ਨੇ ਨਾ ਉਹ ਨਾ ਆਉਣ, ਕਿਸੇ ਨਾ ਕਿਸੇ ਤਰ੍ਹਾਂ ਸਿਆਸਤ ਕਲੀਨ ਹੋ ਜੇ। ਪਰ ਤਰੀਕਾ ਹੁਣ ਇਹ ਹੈ ਕਿ ਜਿਹੜਾ ਨਵੀਆਂ ਰਿਪੋਰਟਾਂ ਆ ਰਹੀਆਂ, ਉਹਨਾਂ ਦੇ ਆਪਦੇ ਐਫੀਡੈਵਿਟ 'ਚੋਂ ADR ਕਰਦੀ ਹੈ ਹਮੇਸ਼ਾ ਐਨਾਲਿਸਿਸ। ਜਿਹੜੇ ਬੰਦੇ ਆਪ ਚੋਣ ਕਮਿਸ਼ਨ ਕੋਲ ਐਫੀਡੈਵਿਟ ਦਿੰਦੇ ਨੇ, ਚਾਹੇ ਬਾਈ ਇਲੈਕਸ਼ਨਾਂ 'ਚ ਚਾਹੇ ਬਾਕੀ, ਇਹ ਪਹਿਲਾਂ 37% ਸੀ, ਹੁਣ 40% ਹੋ ਗਏ ਜਿਹੜੇ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਨੇ, ਕ੍ਰਿਮੀਨਲ ਪਰਚੇ, ਤੇ 25% ਉਹ ਹੋ ਗਏ ਜਿਨ੍ਹਾਂ ਖਿਲਾਫ ਕਾਫੀ ਸੀਰੀਅਸ ਮਤਲਬ ਪਰਚੇ ਨੇ, ਕਤਲ ਦਾ, ਔਰਤਾਂ ਦੇ ਖਿਲਾਫ ਛੇੜਛਾੜੀ ਦਾ, ਜਾਂ ਬਾਕੀ ਦੇ ਜਿਹੜੇ ਹੋਰ ਰੇਪ ਕੇਸਿਸ ਨੇ, ਇਹੋ ਜਿਹੇ ਮੁਕੱਦਮੇ ਦਰਜ ਨੇ। ਤਾਂ ਉਹ ਪੋਲਿਟਿਕਸ ਪਾਰਟੀ ਵਿਦ ਡਿਫਰੈਂਸ, BJP ਅੱਗੇ ਇੱਕ ਦੂਜੇ ਪਾਰਟੀ ਜਿਹਦੇ 'ਚ ਮਰਜ਼ੀ ਚਲੀਆਂ ਜਾਂਦੀਆਂ ਨੇ, ਹੁਣ ਉਹਦੇ 'ਚ ਵੀ ਕੋਈ ਇਹ ਥੋੜੀ ਦੇਖਦਾ ਕਿ ਕੌਣ ਹੈ ਤੇ ਪਰਚਾ ਕਿਹੜਾ ਨਹੀਂ ਹੈ।
ਜੇ ਉਹ ਇਲੈਕਸ਼ਨ ਜਿੱਦਾਂ ਦਾ ਬਲਕਿ ਪ੍ਰੋਟੈਕਸ਼ਨ ਹੈ। ਚਾਹੇ ਤੁਸੀਂ ਆਪਾਂ ਲਖੀਮਪੁਰ ਖੇਰੀ ਦੀ ਘਟਨਾ ਲੈ ਲੈਂਦੇ ਆ, ਤੇ ਉਹ ਸਟੇਟ ਹੋਮ ਮਿਨਿਸਟਰ ਬਣੇ ਹੀ ਹੋਏ ਨੇ ਅਜੇ ਟੋਨੀ ਮਿਸ਼ਰਾ, ਔਰ ਇਸੇ ਢੰਗ ਨਾਲ ਉਹ ਜਿਹੜੀਆਂ ਪਹਿਲਵਾਨ ਕੁੜੀਆਂ ਦਾ ਮਾਮਲਾ ਇੰਨਾ ਚਿਰ ਦਾ ਉੱਥੇ ਬੈਠੀਆਂ ਰਹੀਆਂ, ਤੇ ਉਹਦੇ ਬਾਵਜੂਦ ਪ੍ਰੋਟੈਕਸ਼ਨ ਹੀ ਹੋ ਰਹੀ ਹੈ ਨਾ, ਜਿਹੜੀ ਉਹ MP ਜਿਹੜਾ ਬਣਿਆ ਹੋਇਆ। ਔਰ ਇਹਦੇ ਬਾਵਜੂਦ ਹਰਿਆਣੇ ਦੇ ਵਿੱਚ ਚਲਾਨ ਪੇਸ਼ ਹੋ ਗਿਆ। ਸੰਦੀਪ ਸਿੰਘ ਠੀਕ ਹੈ ਹਾਕੀ ਦਾ ਕੈਪਟਨ ਰਿਹਾ, ਪਲੇਅਰ ਵੀ ਹੈ, ਪਰ ਉਹ ਕੁੜੀ ਤਾਂ ਇਲਜ਼ਾਮ ਲਾ ਹੀ ਰਹੀ ਹੈ, ਤੇ ਪੁਲਿਸ ਨੇ ਜਾਂਚ ਕਰਕੇ ਚਲਾਨ ਵੀ ਪੇਸ਼ ਕਰਤਾ। ਉਹ ਪਾਰਟੀ ਵੀ ਜਿਹੜੀ ਵੱਡੀ ਰੂਲਿੰਗ ਪਾਰਟੀ ਆਪਣੇ ਆਪ ਨੂੰ ਪਾਰਟੀ ਵਿੱਚ ਡਿਫਰੈਂਸ ਬੜਾ ਸਮਾਂ ਕਹਿੰਦੀ ਰਹੀ ਹੈ, ਉਹ ਵੀ ਉਧਰੇ ਹੋਊਗੀ, ਤੇ ਬਾਕੀ ਦੀਆਂ ਧਿਰਾਂ ਵੀ ਨਾਲ ਹੀ ਇੱਕ ਟਾਈਪ ਦਾ। ਤਾਂ ਆਨ ਦੀ ਹੋਲ ਪੋਲਿਟਿਕਸ ਦੇ ਵਿੱਚ ਕਰਪਸ਼ਨ ਹੁਣ ਕੀ ਕ੍ਰਿਮੀਨਲ ਐਂਗਲ ਵੀ ਉਹਨੇ ਵੱਡੇ ਪੱਧਰ ਤੇ ਲੈ ਰਹੀ ਹੈ, ਅਪਰਾਧਿਕ ਐਲੀਮੈਂਟ ਵੀ ਫਿਰ ਹੁਣ ਜੇ ਵੱਧਦਾ ਜਾਏਗਾ ਤਾਂ ਕਰਪਸ਼ਨ ਨੂੰ ਇਕੱਲਾ ਹੱਦ ਤੱਕ ਲੋਕ ਟੋਲਰੇਟ ਕਰਦੇ ਨੇ ਕੰਪੈਰੇਟਿਵਲੀ, ਪਰ ਅਪਰਾਧ ਤਾਂ ਉਦੋਂ ਵੀ ਜ਼ਿਆਦਾ ਅਗਲੀ ਗੱਲ ਹੁੰਦੀ ਹੈ ਨਾ, ਕੋਈ ਡਾਇਰੈਕਟ ਟੌਰਚਰ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ। ਇਹ ਜਿਹੜੀ ਪੋਲਿਟਿਕਸ ਦਾ ਮਿਜਾਜ ਹੈ ਜਿੱਧਰ ਨੂੰ ਜਾ ਰਿਹਾ ਹੈ, ਇਹਨੂੰ ਤੁਸੀਂ ਕਿਵੇਂ, ਤੁਹਾਡੀ ਟਿੱਪਣੀ ਕੀ ਹੋਏਗੀ ਇਹਦੇ ਤੇ? ਪਹਿਲੀ ਗੱਲ ਤਾਂ ਮੈਂ ਇਹਨਾਂ ਨਾਲ ਆਪਣਾ ਸਰ ਜਗਤਾਰ ਸਿੰਘ ਨਾਲ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਬਰਗਾੜੀ ਇਸ਼ੂ ਦੀ ਗੱਲ ਕਰਦੇ ਹੋ ਨਾ, ਅਸੀਂ ਸਵਾਲ ਪੁੱਛਿਆ ਸੀਗਾ ਬਰਗਾੜੀ ਇਸ਼ੂ ਦੇ ਉੱਤੇ ਲੋਕਾਂ ਨੇ ਜਿਹੜਾ ਹੈਗਾ ਸੀ ਕਿਹਾ ਸੀ, ਕੁਝ ਲੋਕਾਂ ਨੇ ਕਿਹਾ ਸਾਨੂੰ ਪਤਾ ਹੈਗਾ, ਕੁਝ ਲੋਕਾਂ ਨੇ ਕਿਹਾ ਹਾਂ ਇਹ ਬਹੁਤ ਮਾੜੀ ਗੱਲ ਹੋਈ ਆ। ਇਹਦਾ ਜਿਹੜਾ ਇਸ ਇਸ਼ੂ ਨੇ ਲੋਕਾਂ ਦਾ ਵੋਟਿੰਗ ਬਿਹੇਵੀਅਰ ਡਿਟਰਮਿਨ ਕੀਤਾ ਵਾ, ਉਹ ਸਿੰਗਲ ਡਿਜਿਟ ਤੋਂ ਘੱਟ ਹੈ ਕਿ ਇਹ ਇਸ਼ੂ ਮੈਂ ਉਹੀ ਅਰਜ਼ ਕਰ ਰਿਹਾ ਨਾ, ਮੈਂ ਉਹੀ ਅਰਜ਼ ਕਰ ਰਿਹਾ ਹਾਂ, ਉਹ ਤੁਹਾਡੇ ਸਰਵੇ ਦੇ ਵਿੱਚ ਨਹੀਂ ਆਉਂਦਾ, ਮੈਂ ਉਹੀ ਅਰਜ਼ ਕਰ ਰਿਹਾ। ਮੇਰਾ ਕਹਿਣ ਤੋਂ ਭਾਵ ਵੀ ਇਹ ਸੀਗਾ, ਤੁਸੀਂ ਮੈਂ ਇੱਕ ਮਿੰਟ ਮੈਨੂੰ ਪੂਰੀ ਗੱਲ ਕਰ ਲੈਣ ਦਿਓ, ਤੁਸੀਂ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਹੁਣ ਤੁਸੀਂ ਸਿੰਗਲ ਡਿਜਿਟ 6% ਮੈਂ ਆਪਦੇ ਸਰਵੇ 'ਚ ਆ ਰਿਹਾ ਸੀ, ਮੈਨੂੰ ਡਿਜਿਟਸ ਪਤਾ ਸਾਰੀਆਂ। ਬਰਗਾੜੀ ਪਿੰਡ ਦੇ ਵਿੱਚ ਚਲੇ ਜਾਓ, ਕਿਸੇ ਨਾਲ ਗੱਲ ਕਰ ਲਓ, ਉਹ ਕਹਿੰਦੇ ਜੇ ਇੱਕ ਆਧਾ ਇਸ਼ੂ ਰਹਿ ਗਿਆ, ਇਹ ਉਸ ਪਿੰਡ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਗੱਲ ਇਹ। ਲੇਕਿਨ ਜਿਹੜਾ ਟੋਟਲ ਤੁਹਾਡਾ ਪੋਲੀਟੀਕਲ ਡਿਸਕੋਰਸ, ਸਿੱਖ ਰਿਲੀਜੀਅਸ ਪੋਲੀਟੀਕਲ ਡਿਸਕੋਰਸ ਹੈ, ਉਹਨੂੰ ਡਿਕਟੇਟ ਇਸ ਵੇਲੇ ਇਹ ਸਿੰਗਲ ਇਸ਼ੂ ਕਰ ਰਿਹਾ। ਐਗਰੀ ਕਰਦੇ ਹਾਂ ਤੁਹਾਡੇ ਨਾਲ, ਪਰ ਹੋਰ ਬਹੁਤ ਸਾਰੇ ਕਾਰਨ ਹੁੰਦੇ ਆ ਜਦੋਂ ਇਦਾਂ ਹੁੰਦਾ ਕਿ ਕਿਉਂਕਿ ਫਿਰ ਹੋਰ ਸਿੱਖ ਵੀ ਜਿਹੜੇ ਹੈਗੇ ਹੋਮੋਜੀਨੀਅਸ ਕਮਿਊਨਿਟੀ ਨਹੀਂ ਹੈਗੀ, ਉਹਨਾਂ ਲਈ ਵੀ ਆਪਣੇ ਏਜੰਡੇ ਵੀ ਹੋਰ ਸਰ ਗੱਲ ਹੋ ਜਾਂਦੀ ਹੈ, ਫਿਰ ਕਿਤੇ ਕਰ ਲਵਾਂਗੇ। ਚਲੋ ਮਲਟੀਪਲ ਚੀਜ਼ਾਂ ਹੁੰਦੀਆਂ ਨੇ, ਮਤਲਬ ਉਹ ਇਸ਼ੂ ਨੇ ਆਪਸ ਦੇ ਵਿੱਚ ਜਿਹੜੇ ਸਾਹਮਣੇ ਆਉਂਦੇ ਨੇ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਯੂਥ ਨਹੀਂ, ਮੈਂ ਕਹਿ ਕੇ ਤੁਰਿਆ ਮੈਂ ਤੁਹਾਡੇ ਸਰਵੇ ਦੇ ਵਿੱਚ ਨਹੀਂ ਆਉਂਦੀ। ਹਾਂ, ਜਿਹੜੀ ਤੁਸੀਂ ਗੱਲ ਕੀਤੀ ਬਹੁਤ ਮੈਂ ਉੱਥੋਂ ਸ਼ੁਰੂ ਕਰ ਲੱਗਾ ਕਿ ਤੁਸੀਂ ਕਹਿੰਦੇ ਵੀ ਕ੍ਰਿਮੀਨਲਾਈਜੇਸ਼ਨ ਵੱਧ ਰਹੀ ਆ, ਕਰਪਸ਼ਨ ਵੱਧ ਰਹੀ ਆ, ਰੋਲ ਆਫ ਮਸਲ ਮਨੀ ਪਾਵਰ ਜਿਹੜਾ ਹੈਗਾ, ਜਿਹੜਾ 70 ਸ਼ੁਰੂ ਹੋਇਆ ਸੀਗਾ 80 'ਚ ਵਧਦਾ ਚੱਲ ਗਿਆ, ਕਾਸਟ ਆ ਗਿਆ, ਰਿਲੀਜਨ ਆ ਗਿਆ, ਰੀਜਨਲਿਜ਼ਮ ਆ ਗਿਆ, ਸਾਰਾ ਕੁਝ ਆ ਗਿਆ, ਹੌਲੀ ਹੌਲੀ ਇਸ ਪਾਸੇ ਵੱਲ ਚਲੇ ਗਏ। ਕਿਉਂਕਿ ਰਾਜਨੀਤੀ 'ਚ ਕਿਹੜੇ ਲੋਕ ਆ ਰਹੇ ਆ, ਤੁਸੀਂ ਤਿੰਨਾਂ ਚੌਂ ਦਾ ਨਾਂ ਲਿਆ, ਉਹ ਰਾਜਨੀਤੀ 'ਚ ਆ ਰਹੇ ਆ। ਹੁਣੇ ਮੈਂ ਦੇਖ ਰਿਹਾ ਸੀਗਾ ਕਿ ਪੋਲੀਟੀਕਲ ਪਾਰਟੀਆਂ ਵਾਲੇ ਇਹ ਕਹਿ ਰਹੇ ਆ, ਕਾਂਗਰਸ ਵੀ ਕਹਿ ਰਹੀ ਆ, ਵਿਨੇਬਿਲਿਟੀ ਦੇਖਣੀ ਆ, ਅਸੀਂ ਕੈਂਡੀਡੇਟ ਜਿਹੜਾ ਜਿੱਤ ਸਕਦਾ ਵਾ ਉਹ ਦੇਖਣਾ ਵਾ। ਤੇ ਸਰ ਜੇ ਇਹ ਏਜੰਡਾ ਹੋਵੇ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮਾਈਨਸ ਹੋ ਜਾਂਦੀਆਂ, ਸਾਰੀਆਂ ਚੀਜ਼ਾਂ ਲਾਂਭੇ ਹੋ ਜਾਂਦੀਆਂ। ਰਾਜਨੀਤੀ ਦੇ ਵਿੱਚ ਜਿਹੜੀ ਸਾਡੀ ਸਮਝ ਹੈਗੀ ਆ ਕਿ ਦੋ ਤਰੀਕੇ ਹੈਗੇ ਰਾਜਨੀਤੀ ਦੇ ਵਿੱਚ ਉਹਨੂੰ ਸਾਫ਼ ਕਰਨ ਦਾ, ਕੰਮ ਚਲਾਉਣ ਦਾ। ਇੱਕ ਤਾਂ ਹੈਗਾ ਕਿ ਜਿਹੜੇ ਉੱਪਰ ਵਾਲੇ ਆ ਉਹ ਦਿਆਨਤਦਾਰ ਹੋ ਜਾਣ, ਅਸੀਂ ਚੁਣ ਕੇ ਭੇਜਦੇ ਆ, ਉਹਨਾਂ ਦੀ ਸਾਡੇ ਪ੍ਰਤੀ ਜ਼ਿੰਮੇਵਾਰੀਆਂ ਹੈਗੀਆਂ, ਉਹ ਸਹੁੰ ਚੁੱਕਦੇ ਆ, ਸੰਵਿਧਾਨ ਦੀ ਸਹੁੰ ਚੁੱਕਦੇ ਆ, ਉਹਨਾਂ ਨੂੰ ਬਹੁਤ ਸਾਰਾ ਮਾਣ ਦਿੱਤਾ ਜਾਂਦਾ ਵਾ, ਬਹੁਤ ਸਾਰੀ ਇੱਜ਼ਤ ਦਿੱਤੀ ਜਾਂਦੀ ਆ, ਬਹੁਤ ਸਾਰੇ ਰਿਸੋਰਸ ਦਿੱਤੇ ਜਾਂਦੇ ਆ, ਸਾਰੀ ਉਮਰ ਦਾ ਰੋਟੀ ਪਾਣੀ ਦਾ ਉਹਨਾਂ ਦਾ ਬੰਦੋਬਸਤ ਹੋ ਜਾਂਦਾ ਜੇ ਉਹ ਦਿਆਨਤਦਾਰ ਹੋ ਜਾਣ। ਉਹ ਦਿਆਨਤਦਾਰ ਤਾਂ ਫਿਰ ਜਿਹੜਾ ਪ੍ਰੋਸੈਸ ਹੀ ਇਦਾਂ ਦਾ ਹੈਗਾ, ਇਲੈਕਸ਼ਨ ਕਿੰਨੀ ਐਕਸਪੈਂਸਿਵ ਹੈਗੀ ਆ, ਟਿਕਟਾਂ ਲੈਣ ਲਈ ਵੀ ਪੈਸੇ ਦੇਣ ਵਾਲਾ ਕੰਮ ਤਾਂ ਉੱਥੋਂ ਸ਼ੁਰੂ ਹੋ ਜਾਂਦਾ ਨਾ। ਪੈਸੇ ਨਾਰਮਲ ਤਰੀਕੇ ਨਾਲ ਸਰ ਨਹੀਂ ਆਉਂਦੇ, ਜੇ ਤੁਸੀਂ ਟਿਕਟ ਕਿਸੇ ਨੇ ਲਈ ਆ ਤੇ ਕ੍ਰਾਈਮ ਕਰੂਗਾ ਤਾਂ ਹੀ ਹੈ ਨਾ, ਚਾਹੇ ਉਹ ਨਸ਼ਾ ਵੇਚੂਗਾ, ਚਾਹੇ ਆਪਣੇ ਵਿਰੋਧੀਆਂ ਨੂੰ ਮਰਵਾਊਗਾ, ਚਾਹੇ ਹੋਰ ਕੋਈ ਇਦਾਂ ਦਾ ਕੰਮ ਕਰੂਗਾ। ਦੂਸਰਾ ਤਰੀਕਾ ਹੈਗਾ ਰਾਜਨੀਤੀ ਨੂੰ ਸਾਫ਼ ਕਰਨ ਦਾ, ਪ੍ਰੈਸ਼ਰ ਫਰਮ ਦਾ ਬਿਲੋ, ਜਿਹਦੇ ਉੱਤੇ ਸਾਨੂੰ ਥੋੜੀ ਬਹੁਤੀ ਤਾਕ ਵਾ, ਆਸ ਵਾ ਕਿ ਲੋਕਾਂ ਦਾ ਪ੍ਰੈਸ਼ਰ ਹੋਵੇ, ਲੋਕ ਜਾਗਰੂਕ ਹੋ ਜਾਣ, ਲੋਕ ਇਹ ਇਸ਼ੂ ਜਿਹੜੇ ਹੈਗੇ ਆ ਖਾਸ ਕਰਕੇ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਆਵੇ। ਜਿੱਦਾਂ ਪਹਿਲੇ ਸਮੇਂ 'ਚ ਕਿਸਾਨੀ ਅੰਦੋਲਨ ਨੇ, ਮੈਨੂੰ ਲੱਗਦਾ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਦੇਸ਼ ਦੇ ਵਿੱਚ ਕਾਫੀ ਵੱਡਾ ਇਸ ਮਾਮਲੇ 'ਚ ਰੋਲ ਪਲੇ ਕੀਤਾ ਵਾ ਕਿ ਆਮ ਜਨਤਾ ਨੂੰ ਜਿਹੜਾ ਹੈਗਾ ਵਾ ਉਹਨਾਂ ਨੇ ਜਿਹੜਾ ਉਹ ਕੀਤਾ। ਢਾਂਚਾਗਤ ਜਿੱਦਾਂ ਮੋਦੀ ਸਾਹਿਬ ਨੇ ਗੱਲ ਕੀਤੀ, ਜਿੱਦਣ ਉਹਨਾਂ ਨੇ ਮੱਥਾ ਟੇਕਿਆ ਸੀਗਾ, ਮੈਨੂੰ ਲੱਗਾ ਮੈਂ ਉਦਣ ਹੀ ਸੀ ਲਾਇਆ ਵੀ ਹੁਣ ਇਹ ਜਿਹੜੀ ਪਾਰਲੀਮੈਂਟ ਵਾ ਇਹ ਬਿਲਡਿੰਗ ਤੇ ਮੇਰੇ ਖਿਆਲ ਨਹੀਂ ਰਹੂਗੀ, ਕੋਈ ਨਵੀਂ ਹੋਰ ਬਣੂਗੀ। ਸਾਨੂੰ ਤੇ ਇਹ ਵੀ ਡਰ ਸੀਗਾ ਵੀ ਇਹ ਸੰਸਥਾ ਵੀ ਜਿਹੜੀ ਇਹਦੇ ਉੱਤੇ ਮਾਰ ਪੈਣ ਵਾਲੀ ਆ, ਨਹੀਂ ਤੇ ਇਦਾਂ ਦੀ ਜਿਹੜਾ ਇਸ ਤਰੀਕੇ ਦੇ ਨਾਲ ਉੱਥੇ ਐਂਟਰ ਕਰਨਾ ਉਹ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ, ਜੇ ਤੁਸੀਂ ਸਮਝ ਸਕਦੇ ਹੋ, ਬਿਹਾਈਂਡ ਦਾ ਕਰਟਨ ਉਹਦੇ ਵਿੱਚ ਸੀਗਾ। ਉਹਦੇ ਵਿੱਚੋਂ
ਢਾਂਚਾ ਖਤਮ ਕਰ ਦਿੱਤਾ, ਇੱਕ ਤਾਂ ਮੋਰੈਲਿਟੀ ਤਾਂ ਖਤਮ ਹੋ ਗਈ, ਕੋਈ ਪੋਲੀਟੀਕਲ ਮੋਰੈਲਿਟੀ ਹੈਗੀ ਉਹਦੇ ਵਿੱਚੋਂ, ਬਾਹੂਬਲੀ ਜਿਹੜੇ ਹੈਗੇ ਉਹ ਅਗਲੇ ਪਾਸੇ ਲਾ ਗਏ, ਸਮਾਜ ਨੇ ਵੀ ਉਹਨਾਂ ਨੂੰ ਐਕਸੈਪਟ ਕਰ ਲਿਆ। ਦੂਸਰਾ ਪਾਸਾ ਇਹ ਹੈਗਾ ਕਿ ਜਿਹੜੀਆਂ ਸੰਸਥਾਵਾਂ ਨੇ ਕੰਟਰੋਲ ਕਰਨਾ ਹੈ, ਉਹ ਖਾਸ ਕਰਕੇ ਲੋਕਪਾਲ ਦੀ ਗੱਲ ਕਰੋ, ਉਹ 'ਚੋਂ ਕਿੰਨੀ ਆਟੋਨਮੀ ਹੈਗੀ ਆ। ਤੁਹਾਡਾ ਜੁਡੀਸ਼ੀਅਲ ਸਿਸਟਮ ਦੇ ਉੱਤੇ ਲਾਸਟ ਰਿਜ਼ੋਰਟ ਸਾਡੀ ਹੁੰਦੀ ਆ ਜੁਡੀਸ਼ਰੀ ਜਿਹੜੀ ਆ, ਵੀ ਭਾਈ ਜੇ ਤੋਂ ਅਸੀਂ ਆਸ ਹੋਣੀ ਆ, ਭਾਵੇਂ ਕਿ ਸਾਨੂੰ ਬਹੁਤ ਇਨਸਾਫ ਲੇਟ ਮਿਲਦਾ ਫਿਰ ਵੀ ਅਸੀਂ ਉਹਦੇ ਕੋਲ ਪਹੁੰਚਦੇ ਆ। ਪੁਲਿਸ ਸਿਸਟਮ ਸਾਡੇ ਕੋਲ ਹੈਗਾ ਵਾ, ਸਿਵਲ ਬਿਊਰੋਕ੍ਰੇਸੀ ਹੈਗੀ ਆ, ਜਾਂ ਉਹਨਾਂ ਦੀ ਸਾਡਾ ਕਿੰਨਾ ਕੁ ਵਿਸ਼ਵਾਸ ਰਹਿ ਗਿਆ। ਹੋਇਆ ਸਾਰੇ ਇਹ ਕਿ ਪਹਿਲੇ ਸਮੇਂ ਦੇ ਵਿੱਚ ਇਸ ਵਰਤਾਰੇ ਦੇ ਨਾਲ ਲੋਕਾਂ ਦਾ ਜਿਹੜੀਆਂ ਸੰਸਥਾਵਾਂ ਵਾ, ਜਿਹੜੀਆਂ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿਨ੍ਹਾਂ ਨੇ ਅਕਾਊਂਟੇਬਿਲਿਟੀ ਫਿਕਸ ਕਰਨੀ ਆ, ਉਹ ਵੀ ਕਮਜ਼ੋਰ ਹੋਈਆਂ। ਆਪਾਂ ਪਿਛਲੇ ਸਮੇਂ ਦੇਖ ਰਹੇ ਆ ਵੀ ਸੁਪਰੀਮ ਕੋਰਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਫਾਰਮਰ ਜਸਟਿਸ ਸੀਗੇ, ਆਪਣੇ ਹੈਗੇ ਸੀ ਲਾਅ ਮਿਨਿਸਟਰ ਸੀਗੇ, ਉਹਨਾਂ ਨੇ ਕਿਹੜੀ ਭਾਸ਼ਾ ਵਰਤੀ ਸੀਗੀ ਖਾਸ ਕਰਕੇ ਕੋਰਟ ਦੇ ਬਾਰੇ, ਜਾਂ ਇਸ ਤਰੀਕੇ ਦੇ ਨਾਲ ਜੋ ਕੋਰਟ ਦੇ ਉਹਨਾਂ ਨੂੰ ਰਿਕਮੈਂਡੇਸ਼ਨ ਜਾਂਦੀਆਂ ਸੀਗੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਡਿਲੂਟ ਕੀਤਾ ਜਾਂਦਾ ਸੀਗਾ, ਜਾਂ ਕਿੰਨਾ ਭਾਰ ਪੈ ਰਿਹਾ, ਜਸਟਿਸ ਨਹੀਂ ਮਿਲਦਾ ਥੱਲੇ ਪਾਸੇ ਲੋਕ, ਕਿੰਨੇ ਕਰੋੜ ਕੇਸਿਸ ਹੈਗੇ ਆ, ਉਹਨੇ ਜਿਹੜੇ ਲੋਕ ਬਰੀ ਨਹੀਂ ਹੁੰਦੇ, ਜਿਹਨੇ ਨਵੇਂ ਜੇਲ੍ਹ ਦੇ ਵਿੱਚ ਜਾ ਰਹੇ। ਮੇਰਾ ਕਹਿਣ ਤੋਂ ਭਾਵ ਹੈ ਕਿ ਤਾਣਾ ਬਾਣਾ ਸਿਸਟਮ, ਸਟਰਕਚਰ, ਢਾਂਚਾ, ਜਸਟਿਸ ਜਿਹੜਾ ਜਿੱਥੇ ਮਿਲਣਾ ਚਾਹੀਦਾ, ਉਹਦਾ ਇੱਕ ਤਰੀਕਾ ਹੈਗਾ ਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਬਾਰ-ਬਾਰ ਕਹਿੰਦੇ ਇਹਨੂੰ ਡੀਸੈਂਟਰਲਾਈਜ਼ ਕਰ ਦਿਓ, ਪੰਚਾਇਤਾਂ ਨੂੰ ਪੰਚਾਇਤਾਂ ਦੇ ਕੰਮ ਕਰਨ ਦਿਓ, ਪਟਵਾਰੀ ਨੂੰ ਪਟਵਾਰੀ ਦੇ ਕੰਮ ਕਰਨ ਦਿਓ। ਬਾਦਲ ਸਾਹਿਬ ਨੇ ਜਦੋਂ ਸੰਗਤ ਦਰਸ਼ਨ ਕੀਤਾ ਸੀਗਾ, ਅਸੀਂ ਵੀ ਗਏ, ਤਾਂ ਮੈਂ ਸਵਾਲ ਰੇਜ਼ ਕੀਤਾ ਸੀਗਾ, ਮੈਂ ਕਿਹਾ ਜੀ ਤੁਸੀਂ ਇੱਥੇ ਪਿੰਡ ਦੇ ਵਿੱਚ ਜਦੋਂ ਪਟਵਾਰੀ ਕੋਲ ਨੰਬਰ ਲੈਣ ਜਾਈਦਾ, ਕਹਿੰਦਾ ਸੰਗਤ ਦਰਸ਼ਨ ਲੱਗਣੇ ਉੱਥੇ ਹੀ ਦੇਵਾਂਗੇ ਤੁਹਾਨੂੰ, ਤੁਸੀਂ ਇਹ ਲੋਕਾਂ ਨੂੰ ਉਹਨਾਂ ਨੂੰ ਕਹੋ ਕਿ ਡੀਸੀ ਨੂੰ ਡੀਸੀ ਦਾ ਕੰਮ ਕਰਨ ਦਿਓ, ਐਸਡੀਐਮ ਨੂੰ ਐਸਡੀਐਮ ਦਾ ਕੰਮ ਕਰ ਦਿਓ, ਤਹਿਸੀਲਦਾਰ ਦੀ ਜ਼ਿੰਮੇਵਾਰੀ ਫਿਕਸ ਕਰੋ, ਮੁੱਖ ਮੰਤਰੀ ਸਾਹਿਬ ਜਾਂ ਮੰਤਰੀ ਸਾਹਿਬ ਤੇ ਆਪਣਾ ਜਿਹੜਾ ਓਵਰਆਲ ਸੁਪਰਵਿਜ਼ਨ ਹੋਣੀ ਚਾਹੀਦੀ ਆ। ਜੇ ਸਾਰਾ ਕੰਮ ਮੁੱਖ ਮੰਤਰੀ ਸਾਹਿਬ ਨੇ ਕਰਨਾ ਵਾ, ਜੇ ਉਹਨਾਂ ਨੇ ਨਿਯੁਕਤੀ ਪਤਾ, ਅੱਜ ਕੱਲ੍ਹ ਤਾਂ ਹੋਰ ਕੰਮ ਸ਼ੁਰੂ ਹੋ ਗਿਆ ਵੀ ਨਿਯੁਕਤੀ ਭਾਵੇਂ ਪਟਵਾਰੀਆਂ ਦੀ ਹੈ ਤਾਂ ਉਹ ਵੀ ਇੱਕ ਬੰਦਾ ਵੰਡੇ। ਅਸੀਂ ਅੱਜ ਤੱਕ ਇਦਾਂ ਨਹੀਂ ਸੀ ਦੇਖਿਆ, ਅਸੀਂ ਵੀ ਨੌਕਰੀਆਂ ਕੀਤੀਆਂ, ਤੁਸੀਂ ਸਾਰਿਆਂ ਨੇ ਕੀਤੀਆਂ ਵਾ, ਵੀ ਇਹ ਕਿਸ ਕਿਸਮ ਦੀ ਰਾਜਨੀਤੀ ਜਿਹੜੀ ਲੱਗਦਾ ਉਹਨੂੰ ਮੋਟੇ ਤੌਰ ਤੇ ਕਿ ਇਹ ਹੋਸ਼ੀ ਰਾਜਨੀਤੀ ਆ। ਇਹਦੇ ਵਿੱਚ ਲੋਕਾਂ ਦਾ ਭਲਾ ਨਹੀਂ ਹੋਣਾ, ਇਹਦੇ ਵਿੱਚ ਲੋਕਾਂ ਦਾ ਭਲਾ ਨਹੀਂ ਹੋਣਾ, ਇਹ ਕਰਾਊਡ ਉਹੀ ਆਈ ਜਾਣੀ ਆ। ਤੁਸੀਂ ਦੇਖੋ ਕਿ ਇਸ ਪਾਰਟੀ ਜਿਹੜੀ ਨਵੀਂ ਦੀ ਗੱਲ ਕਰ ਲਈਏ, ਕਿਹੜੇ ਲੋਕ ਆਏ ਆ। ਇਹ ਚੰਗੀ ਗੱਲ ਆ ਕਿ ਇਸ ਪਾਰਟੀ ਨੇ ਲੈਫਟ, ਰਾਈਟ, ਸੈਂਟਰ ਸਾਰਿਆਂ ਨੂੰ ਸਪੇਸ ਦੇ ਦਿੱਤੀ ਆ, ਪਰ ਬੀਜੇਪੀ 'ਚ ਵੀ ਇਵਨ ਤੁਸੀਂ ਦੇਖੋ ਵੀ ਪੁਰਾਣੇ ਬੀਜੇਪੀ ਵਾਲੇ ਕਿੱਥੇ ਆ। ਸਭ ਤੋਂ ਵੱਧ ਜੇ ਉਦਾਸ ਹੋਣਗੇ ਤੇ ਜਿਹੜੇ ਉਸ ਸਮੇਂ ਦੇ ਕੋਈ ਸਿੰਸੀਅਰ ਜਨਸੰਗੀ ਸੀਗੇ, ਉਹ ਸਾਰੇ ਵਰਤਾਰੇ ਤੋਂ ਜ਼ਿਆਦਾ ਨਿਰਾਸ਼ ਆ, ਉਹ ਪਿਛਾਂਹ ਹਟ ਗਏ, ਉੱਥੇ ਵੀ ਕਾਂਗਰਸ ਵਾਲੇ ਆ ਗਏ। ਬੈਸਟ ਐਗਜ਼ਾਮਪਲ ਸਾਡੇ ਕੋਲ ਹੈਗੀ ਵੈਸਟ ਬੰਗਾਲ ਦੀ, 35 ਸਾਲ ਲੈਫਟ ਦਾ ਰੂ ਰਿਹਾ ਉੱਥੇ, ਔਰ ਜਿਹੜੇ ਉਹ ਬੰਦੇ ਉਹਨਾਂ ਦੇ ਨਾਲ ਜੁੜੇ, ਬਹੁਤ ਵੱਡੀ ਪਾਰਟੀ ਬਣੀ, ਹੌਲੀ ਹੌਲੀ ਤੁਸੀਂ ਦੇਖੋ ਵੀ ਉਹ ਦੂਸਰੇ ਪਾਸੇ ਵੱਲ ਚਲੇ ਗਏ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿੰਨਾ ਚਿਰ ਇਸ ਕਿਸਮ ਦਾ ਕੋਈ ਬੰਧਨ ਨਹੀਂ ਹੁੰਦਾ, ਡਿਫੈਕਸ਼ਨ ਰੂਲ ਬਣਿਆ ਸੀ ਰਾਜੀਵ ਗਾਂਧੀ ਸਮੇਂ ਦੇ ਵਿੱਚ, ਧੱਜੀਆਂ ਉੱਡ ਡਿਫੈਕਸ਼ਨ ਰੂਲ ਦੀਆਂ। ਸੋ ਜਿਹੜਾ ਡਿਫੈਕਸ਼ਨ ਲਾਅ ਹੈਗਾ ਸੀਗਾ, ਤੇ ਵਰਤਾਰਾ ਹੀ ਇਸ ਕਿਸਮ ਦਾ। ਸਾਡੀ ਇੱਕੋ ਆਸ ਰਹਿ ਜਾਂਦੀ ਆ ਕਿ ਲੋਕਾਂ ਨੂੰ ਮੋਬਿਲਾਈਜ਼ ਕੀਤਾ ਜਾਵੇ, ਲੋਕਾਂ ਨੂੰ ਲਾਈਟਨ ਕੀਤਾ ਜਾਵੇ, ਉਹਦੇ 'ਚ ਪੜ੍ਹਾਈ ਲਿਖਾਈ ਦੀ ਲੋੜ ਨਹੀਂ, ਕਿ ਇਹ ਦੱਸਿਆ ਜਾਵੇ ਭਾਈ ਵੋਟ ਤਾਂ ਤੁਸੀਂ ਪਾਉਣੀ ਆ ਨਾ। ਜੇ ਤੁਸੀਂ ਰੱਬ ਨੂੰ ਮੰਨਦੇ ਜੋ ਤੇ ਜਦੋਂ ਵੋਟ ਪਾਉਂਦੇ ਆ, ਜਾਂ ਤੁਸੀਂ ਜਾਣਦੇ ਹੋ ਜਾਂ ਤੁਹਾਡਾ ਰੱਬ ਜਾਣਦਾ ਹੈ, ਤੁਹਾਡੀ ਕਿਸਮਤ ਜਿਹੜੀ ਆ ਡੇਰਿਆਂ ਚੋਂ, ਬਾਬਿਆਂ ਚੋਂ, ਜਾਂ ਹੋਰ ਪਾਸਿਆਂ ਤੋਂ, ਜਾਂ ਇਹਨਾਂ ਤੋਂ, ਜਾਂ ਥੋੜੇ ਚਿਰਾਂ ਦੇ 5-5 ਕਿਲੋ ਦੇ ਰਾਸ਼ਨ ਦੇ ਨਾਲ ਨਹੀਂ ਬਦਲਣੀ। ਤੁਹਾਡੀ ਕਿਸਮਤ ਬਦਲਣ ਵਾਸਤੇ ਢਾਂਚਾਗਤ ਸੁਧਾਰ ਦੀ ਲੋੜ ਹੈਗੀ ਆ, ਔਰ ਢਾਂਚਾਗਤ ਸੁਧਾਰ ਕਰਨ ਵਾਸਤੇ ਤੁਹਾਨੂੰ ਤਾਕਤ ਦਿੱਤੀ ਗਈ ਆ, ਜਿਹੜੀ ਤਾਕਤ ਵੋਟ ਦੀ ਤਾਕਤ ਲੋਕਾਂ ਦੇ ਵਿੱਚ ਆ, ਉਹੀ ਅਹਿਸਾਸ ਕਰਾਇਆ ਜਾਵੇ। ਤੇ ਜਿਹੜੇ ਸਾਰੇ ਕ੍ਰਿਮੀਨੈਲਿਟੀ ਹੈਗੀ ਆ, ਕਮਿਊਨਿਜ਼ਮ ਹੈਗਾ, ਜੇ ਲੋਕੀ ਹੁਸ਼ਿਆਰ ਹੋ ਜਾਣ, ਇਹਨਾਂ ਪੋਲੀਟੀਸ਼ੀਅਨ ਨੂੰ ਇਹ ਪਤਾ ਲੱਗ ਜਾਏ ਕਿ ਲੋਕੀ ਸਾਨੂੰ ਇਸ ਕਰਕੇ ਵੋਟ ਨਹੀਂ ਦਿੰਦੇ ਕਿ ਅਸੀਂ ਬੇਈਮਾਨ ਆ, ਇਹ ਸਾਫ਼ ਸੁਥਰੇ ਬਣ ਜਾਣ, ਇਹ ਸੁਚੱਜੇ ਬਣ ਜਾਣ, ਇਹ ਇਮਾਨਦਾਰ ਬਣ ਜਾਣ, ਤੇ ਸਿਸਟਮ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆਉਣ ਦੀ ਪੋਸੀਬਿਲਿਟੀ ਹੋ ਸਕਦੀ ਹੈ। ਸਰਦਾਰ ਜਗਤਾਰ ਸਿੰਘ ਜੀ, ਇਹਦੇ ਤੇ ਤਾਂ ਟਿੱਪਣੀ ਕਰਿਓ ਨਾਲ। ਇੱਕੋ ਜਿਹੜਾ ਅਨਮੋਲ ਗਗਨ ਮਾਨ ਵਾਲਾ ਹਿੰਦੀ 'ਚ ਭਾਸ਼ਣ ਹੈ, ਪਹਿਲਾਂ ਆਪਾਂ ਇੱਕ ਵਾਰ ਚੀਫ ਮਿਨਿਸਟਰ ਦਾ ਭਾਸ਼ਣ ਵੀ ਸੁਣਿਆ ਸੀ ਇਹੋ ਜਿਹਾ, ਤੇ ਇਹ ਕੀ ਕਨਵੇ ਕਰਦਾ? ਮਤਲਬ ਪੰਜਾਬੀ ਪ੍ਰਤੀ ਸਾਡੀ ਕਮਿਟਮੈਂਟ ਦਾ ਕੁਐਸਚਨ ਹੁੰਦਾ ਹੈ, ਤੇ ਅਸੀਂ ਲੋਕਾਂ ਨੂੰ ਕਹਿੰਦੇ ਆ ਪੰਜਾਬੀ ਬੋਲੋ, ਬਾਕੀ ਚੀਜ਼ਾਂ ਕਰੋ। ਜਦੋਂ ਰੋਲ ਮਾਡਲ ਹੀ ਉਸ ਪਾਸੇ ਬਣ ਜਾਣਗੇ, ਸਾਡੇ ਰੋਲ ਮਾਡਲ ਹੀ ਨਾ ਜਿਹੋ ਜਿਹੇ ਵੀ ਹੈਗੇ ਨੇ, ਮਤਲਬ ਜਿਹੜਾ ਕੋਈ MLA, ਮੰਤਰੀ, ਚੀਫ ਮਿਨਿਸਟਰ ਬਣ ਜਾਂਦਾ ਹੈ, ਜਾਂ ਕੋਈ ਵੱਡਾ ਅਫਸਰ ਬਣ ਜਾਂਦਾ, ਸਾਰੇ ਜਦੋਂ ਤੁਸੀਂ ਪਬਲਿਕ ਪੇਜ ਤੇ ਜਿੱਥੇ ਤੁਹਾਨੂੰ ਲਾਈਵ ਕਰ ਰਹੇ ਨੇ ਸਾਰੇ, ਉੱਥੇ ਵੀ ਤੁਸੀਂ ਇਸ ਲੈਵਲ ਦੀ ਗੱਲ, ਜਦ ਤੱਕ ਤੁਹਾਡੀ ਗੱਲ ਕੋਈ ਸਮਝਦਾ ਨਾ ਹੋਵੇ, ਚਲੋ ਕਿ ਇਹੋ ਜਿਹੇ ਖੇਤਰ 'ਚ ਗਏ ਹੋ, ਹਿੰਦੀ ਕੋਈ ਬੋਲਣਾ ਮਾੜੀ ਗੱਲ ਨਹੀਂ, ਹਿੰਦੀ ਬੈਠ ਗਈ ਹਿੰਦੀ ਬੋਲ ਦੋ, ਕਿਤੇ ਅੰਗਰੇਜ਼ੀ ਬੈਠ ਗਏ ਅੰਗਰੇਜ਼ੀ ਬੋਲ ਦੋ। ਪਰ ਪੰਜਾਬ ਦੇ ਵਿੱਚ ਹੀ ਇਹ, ਹਾਲਾਂਕਿ ਉਹਨੇ ਹਿੰਦੀ ਚੰਗੀ ਬੋਲੀ, ਹਿੰਦੀ ਆਪਣੇ ਦੂਜੇ ਲੀਡਰਾਂ ਵਾਂਗ ਨਹੀਂ ਬੋਲੀ, ਹਿੰਦੀ ਉਹਨੂੰ ਆਉਂਦੀ ਹੈ ਤਮੀਜ਼ ਬੋਲਣੀ, ਪਰ ਫਿਰ ਵੀ ਇਹ ਮੈਸੇਜ ਕੀ ਦਿੰਦਾ? ਮਤਲਬ ਤੁਹਾਡੀ ਕਮਿਟਮੈਂਟ 'ਚ ਕਮੀ ਦਾ ਮੈਸੇਜ ਦਿੰਦਾ, ਜਾਂ ਕੀ ਗੱਲ ਕਰਦਾ ਸਮਾਜ ਦੇ ਵਿੱਚ? ਮੈਂ ਪਹਿਲਾਂ ਤਾਂ ਜਿਹੜੀ ਪੈਸਾ ਸਾਹਿਬ ਨੇ ਗੱਲ ਕੀਤੀ ਨਾ ਵੀ ਹੁਣ ਅਪਾਰਟਮੈਂਟ ਲੈਟਰ ਵੀ ਸਕੀਮ ਬਣਦਾ ਹੈ, ਪਰ ਇਸ ਤੋਂ ਅੱਗੇ ਵੀ ਹੈ। ਪ੍ਰਾਈਮ ਮਿਨਿਸਟਰ ਹਰੀ ਝੰਡੀ ਵੀ ਦਿਖਾਉਂਦਾ ਗੱਡੀਆਂ ਨੂੰ ਨਵੀਆਂ ਨੂੰ,
ਇਹ ਪਹਿਲਾਂ ਕਦੇ ਨਹੀਂ ਸੀ ਹੋਇਆ, ਠੀਕ ਨਹੀਂ? ਮਤਲਬ ਕਿ ਇਹ ਬੜਾ ਕਮਾਲ ਦਾ ਵਰਤਾਰਾ ਹਿੰਦੁਸਤਾਨ ਦੇ ਵਿੱਚ, ਭਾਰਤ ਵਿੱਚ ਸਾਰੀ, ਮੇਰੇ ਮੂੰਹੋਂ ਫਿਰ ਨਿਕਲ ਜਾਂਦਾ ਹੈ, ਮੈਨੂੰ ਨਾਲ ਸਾਰੀ ਕਰਨਾ ਪੈਂਦਾ ਹੈ, ਹਿੰਦੁਸਤਾਨ ਦਾ ਲਫ਼ਜ਼ ਨਿਕਲ ਜਾਂਦਾ ਹੈ। ਭਾਰਤ ਵਿੱਚ ਇਹ ਨਵਾਂ ਵਰਤਾਰਾ ਹੈ ਬਈ PM ਇੱਕ ਨਵੀਂ ਗੱਡੀ ਚੱਲੀ ਹੈ, ਉਹਨੂੰ ਝੰਡੀ ਦੇ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਰਾਜਧਾਨੀ ਐਕਸਪ੍ਰੈਸ ਚੱਲੀਆਂ ਸੀਗੀਆਂ ਤੇ ਤੁਹਾਡੇ ਸ਼ਤਾਬਦੀਆਂ ਚੱਲੀਆਂ ਸੀਗੀਆਂ। ਉਹਨਾਂ ਇਹ ਅਗਲਾ ਸਟੈਪ ਹੈ। ਕਦੇ ਕਿਸੇ ਰੇਲਵੇ ਮਿਨਿਸਟਰ ਨੇ ਮੇਰੇ ਖਿਆਲ ਕੋਈ ਝੰਡੀ ਨਹੀਂ ਦਿੱਤੀ ਹੋਣੀ ਇਸ ਤਰ੍ਹਾਂ ਤਾਂ ਲਗਾਤਾਰ ਹੀ। ਚਲੋ ਹੁਣ ਆਪਾਂ ਅਨਮੋਲ ਗਗਨ ਮਾਨ ਤੇ ਹਿੰਦੀ ਵਾਲੇ ਮਾਮਲੇ ਤੇ ਆਉਂਦੇ ਹਾਂ। ਪੰਜਾਬ ਬੜੀ ਕਮਾਲ ਦੀ ਸਟੇਟ ਹੈ। ਦੇਖੋ ਇਸ ਗੱਲ ਤੇ ਆ ਕੇ, ਸਾਡੇ ਬੜੇ ਘਰਾਂ ਦੇ ਵਿੱਚ, ਖਾਸ ਕਰਕੇ ਸਿੱਖ ਫੈਮਿਲੀ ਦੇ ਵਿੱਚ, ਪੇਰੈਂਟਸ ਬੱਚਿਆਂ ਨਾਲ ਹਿੰਦੀ ਬੋਲਦੇ ਆ। ਸ਼ਾਇਦ ਮੈਂ ਵੀ ਉਹਨਾਂ ਟੱਬਰਾਂ ਦੇ ਵਿੱਚੋਂ ਹੋਵਾਂ। ਆਪਾਂ ਐਕਸਕਲੂਡ ਨਹੀਂ ਕਰਦੇ ਕਿਸੇ ਨੂੰ ਵੀ। ਇਹ ਪੰਜਾਬ ਦੇ ਵਿੱਚ ਇੱਕ ਫੈਸ਼ਨ ਚੱਲ ਪਿਆ, ਬਈ ਗੱਲ ਚੱਲ ਪਈ ਵੀ ਜਿਹੜਾ ਪੰਜਾਬੀ ਹੈ, ਇਹ ਜੇ ਪ੍ਰਚਾਰ ਕੀਤਾ ਗਿਆ ਕਿ ਇਹ ਸਮਝ ਲਓ ਵੀ ਜਿਹਨੂੰ ਕੀ ਕਹਿੰਦੇ ਹੁੰਦੀ ਹੈ, ਰਫ ਲੈਂਗੁਏਜ, ਜਦ ਕਿ ਗੁਰਬਾਣੀ ਗ੍ਰੰਥ ਸਾਹਿਬ ਪੰਜਾਬੀ ਦੇ ਵਿੱਚ ਹੈ। ਸਿੱਖਾਂ ਨੇ ਹੌਲੀ ਹੌਲੀ ਇਹਨੂੰ ਡਿਸਓਨ ਕਰਨ ਦੇ ਵਿੱਚ ਚਿਰ ਨਹੀਂ ਲਾਇਆ। ਠੀਕ ਹੈ ਕਿ 47 ਤੱਕ ਸਾਡੀ ਅਫੀਸ਼ੀਅਲ ਲੈਂਗੁਏਜ ਪਰਸ਼ੀਅਨ ਸੀ, ਇੰਗਲਿਸ਼ ਸੀ, ਲੇਕਿਨ ਤੁਸੀਂ 47 ਦੇ ਵਿੱਚ ਬਾਅਦ ਦੇ ਵਿੱਚ ਲੈ ਲਓ, ਜਿਹੜਾ ਇੱਕ ਸਾਈਕੀ ਹੈ ਪੰਜਾਬੀ ਦੀ, ਉਹ ਸੋਚਦਾ ਹੈ ਕਿ ਬਈ ਮੈਂ ਹਿੰਦੀ ਬੋਲ ਕੇ ਸ਼ਾਇਦ ਜ਼ਿਆਦਾ ਇੰਪ੍ਰੈਸ ਕਰ ਲੂੰਗਾ। ਮੈਂ ਇੱਕ ਵਾਰੀ ਪਹਿਲਾਂ ਵੀ ਕਿਹਾ ਸੀਗਾ, ਜਦੋਂ ਤੁਹਾਡੇ ਮਾਈਗ੍ਰੇਟ ਲੇਬਰ ਆਉਣ ਲੱਗੀ ਪੰਜਾਬ ਦੇ ਵਿੱਚ, ਇੱਕ ਵਰਕਰ ਆਉਂਦਾ ਸੀ, ਸਾਰਾ ਪਿੰਡ ਹਿੰਦੀ ਬੋਲਣ ਲੱਗ ਪੈਂਦਾ ਸੀ, ਹਮਕੋ ਤੁਮਕੋ, ਜਦ ਕਿ ਇਹਨਾਂ ਨੂੰ ਬੋਲਣੀ ਨਹੀਂ ਸੀ ਆਉਂਦੀ। ਉਹਨੂੰ ਨਹੀਂ ਸੀ ਸਾਰੀ ਪੰਜਾਬੀ ਸਿਖਾਉਂਦੇ। ਤਾਮਿਲਨਾਡੂ ਦੇ ਵਿੱਚ ਉਹਨਾਂ ਦਾ ਚੀਫ ਮਿਨਿਸਟਰ ਜੇ ਮੁੰਬਈ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਰ ਰਿਹਾ ਹੈ, ਤੂੰ ਆਪਣੀ ਤਾਮਿਲ ਦੇ ਵਿੱਚ ਗੱਲ ਕਰ ਰਿਹਾ। ਮੈਂ ਜਦੋਂ ਮਹਾਰਾਸ਼ਟਰ ਬੰਬੇ ਪਹਿਲੀ ਵਾਰੀ ਗਿਆ, ਮੈਨੂੰ ਹਿੰਦੀ 'ਚ ਕੋਈ ਬੋਰਡ ਨਹੀਂ ਸੀ ਮਿਲਿਆ, ਸਾਈਨ ਬੋਰਡ, ਜਾਂ ਮਰਾਠੀ ਜਾਂ ਇੰਗਲਿਸ਼ ਦੇ ਵਿੱਚ। ਲੋਕ ਕੌਨਸ਼ੀਅਸ ਹੈ ਆਪਣੇ ਕਲਚਰ ਤੇ ਆਪਣੀ ਲੈਂਗੁਏਜ ਦੇ ਬਾਰੇ। ਪੰਜਾਬ ਵਿੱਚ ਸੰਘਰਸ਼ ਹੁੰਦੇ ਰਹੇ, ਲੈਂਗੁਏਜ ਨੂੰ ਇੱਕ ਸੈਕਸ਼ਨ ਇੰਪੋਜ਼ ਕਰ ਰਿਹਾ, ਇੱਕ ਸਪੋਰਟ ਕਰ ਰਿਹਾ ਪੰਜਾਬੀ ਦੇ ਮਾਮਲੇ ਤੇ। ਪੰਜਾਬ ਬੇਸਿਕਲੀ ਫ੍ਰੈਕਚਰਡ ਸਟੇਟ ਹੈ ਕਲਚਰਲੀ। ਭਾਵੇਂ ਸਾਡੀ ਪੰਜਾਬੀਅਤ, ਅਸੀਂ ਕਹਿੰਦੇ ਪੰਜਾਬੀਅਤ ਸਾਂਝੀ ਹੈਗੀ ਹੈ, ਡੀਪ ਡਾਊਨ ਕਿਤੇ ਫ੍ਰੈਕਚਰਸ ਹੈਗੇ ਆ ਸੁਸਾਇਟੀ ਦੇ ਵਿੱਚ। ਉਹਦਾ ਅਸਰ ਇਹ ਦੇਖਣ ਨੂੰ ਮਿਲਦਾ ਹੈ। ਸਾਡੇ MPs MLAs, ਤੁਸੀਂ ਲੋਕ ਸਭਾ ਲੈ ਲਓ, ਸਾਡੇ MPs ਨੂੰ ਹਿੰਦੀ ਬੋਲਣੀ ਨਹੀਂ ਆਉਂਦੀ ਠੀਕ, ਉੱਥੇ ਹਿੰਦੀ ਬੋਲਦੇ, ਤੁਸੀਂ ਪੰਜਾਬੀ 'ਚ ਗੱਲ ਕਰੋ। ਨਹੀਂ ਪੰਜਾਬੀ 'ਚ ਗੱਲ ਕਰ ਰਹੀ, ਜੇ ਇੰਗਲਿਸ਼ ਆਉਂਦੀ ਇੰਗਲਿਸ਼ ਦੇ ਵਿੱਚ ਗੱਲ ਕਰੋ। ਇਹ ਹੀਨਤਾ ਦੀ ਭਾਵਨਾ ਕਿਉਂ ਹੈ ਇਹਨਾਂ ਦੇ ਵਿੱਚ? ਮੈਂ ਹੀਨਤਾ ਦੀ ਭਾਵਨਾ ਲਫ਼ਜ਼ ਇਹਨਾਂ ਤੇ ਵਰਤੂੰਗਾ ਪੰਜਾਬੀ ਬੋਲਣ ਦੇ ਵਿੱਚ। ਇੱਥੇ ਇਹ ਸਮੱਸਿਆ ਪੰਜਾਬ ਦੀ ਇੱਕ ਬਹੁਤ ਵੱਡੀ ਹੈ। ਭਾਵੇਂ ਕਲਚਰ ਦੀ ਗੱਲ ਜੋ ਮਰਜ਼ੀ ਕਰੀ ਜਾਓ, ਹੁਣ ਜੇ ਇਹ ਮਿਨਿਸਟਰ ਹੀ ਆਪਣੀ ਲੈਂਗੁਏਜ ਡਿਸਓਨ ਕਰਨਗੇ, ਹੁਣ ਤਾਂ ਪੰਜਾਬ ਦੀ ਅਫੀਸ਼ੀਅਲ ਲੈਂਗੁਏਜ ਵੀ ਪੰਜਾਬੀ ਹੈ, ਤੁਸੀਂ ਭਾਈ ਆਪਣੀ ਕਲਚਰ ਤੇ ਪੰਜਾਬੀਅਤ ਅਡਾਪਟ ਕਰ ਲਓ, ਉਹ ਵੀ ਨਹੀਂ ਕਰਦੇ। ਪ੍ਰੋਫੈਸਰ ਲਾਸਟ ਕਮੈਂਟ ਫਿਰ ਇਸੇ ਇਸ਼ੂ ਤੇ, ਜਿਹੜਾ ਪੰਜਾਬੀ ਵਾਲਾ ਇਸ਼ੂ ਹੈ, ਕੋਈ ਤੁਹਾਡਾ ਕੀ ਵਿਊ ਹੈ? ਸਰ ਚੱਕਰ ਇਹ ਆ ਕਿ ਇਸੇ ਕਰਕੇ ਸਾਡਾ ਬਣਦਾ ਕੁਛ ਨਹੀਂ, ਅਸੀਂ ਕਹਿੰਦੇ ਕੁਛ ਆ, ਆਰਡਰ ਕੁਛ ਆਉਂਦੇ ਆ ਤੇ ਹੁੰਦਾ ਕੁਛ ਆ। ਮੈਂ ਵੀ ਪਿੱਛੇ ਜੇ ਦੇਖਿਆ ਕਿ ਜਿਹੜੀ ਇਹਨਾਂ ਨੇ ਪੰਚਾਇਤਾਂ ਦੇ ਉੱਤੇ ਇੱਕ ਜਿਹੜੇ ਖਾਸ ਕਰਕੇ ਜਦੋਂ ਇਹ ਚੱਲਿਆ ਸੀ, ਕੋਈ ਫਾਈਲ ਦੇ ਕੁਝ ਪੇਜ ਸੀਗੇ ਤੇ ਉਹਦੇ ਉੱਤੇ ਇੱਕ ਜਿਹੜੇ ਮੰਤਰੀ ਸਾਹਿਬ ਦੇ ਸਾਈਨ ਵੀ ਅੰਗਰੇਜ਼ੀ ਦੇ ਵਿੱਚ ਸੀਗੇ, ਜਦੋਂ ਕਿ ਮੋਹਰ ਉਹਨਾਂ ਦੀ ਪੰਜਾਬੀ 'ਚ ਬਣੀ ਸੀਗੀ। ਉਹਦੇ ਉੱਪਰ ਜਿਹੜਾ ਇੱਕ ਨੋਟ ਸੀ ਬਹੁਤ ਵੱਡਾ ਜਿਹੜਾ ਸੀਗਾ, ਉਹ ਸਾਰਾ ਅੰਗਰੇਜ਼ੀ ਦੇ ਵਿੱਚ ਸੀਗਾ ਤੇ ਮੈਂ ਉਹ 'ਚ ਲਿਖਿਆ ਵੀ ਸੀਗਾ ਵੀ ਇਹ ਤਾਂ ਬਹੁਤ ਅਨਫੋਰਚੂਨੇਟ, ਇਸ ਦੂਸਰਿਆਂ ਨੂੰ ਕੀ ਦੇਵਾਂਗੇ। ਮੈਨੂੰ ਬਹੁਤ ਸਮਾਂ ਪਹਿਲੋਂ, ਅੱਜ ਤੋਂ 20 ਸਾਲ ਪਹਿਲੋਂ, ਇੱਕ ਮੇਰੇ ਦੋਸਤ ਨੇ ਕਿਹਾ ਸੀਗਾ, ਕਹਿੰਦਾ ਦੋ ਪਾਰਟੀਸ਼ਨ ਵੇਲੇ ਦੋ ਜ਼ਬਾਨਾਂ ਜਿਹੜੀਆਂ ਵੰਡੀਆਂ ਗਈਆਂ ਸੀਗੀਆਂ, ਇੱਕ ਜ਼ਬਾਨ ਪੰਜਾਬੀ ਸੀਗੀ, ਇੱਕ ਬੰਗਾਲੀ ਸੀ। ਕਹਿੰਦਾ ਬੰਗਾਲੀਆਂ ਨੇ ਬੰਗਾਲੀ ਸਾਂਭ ਲੈਣੀ ਆ, ਤੁਹਾਡੇ ਕੋਲ ਨਹੀਂ ਸਾਂਭੀ ਜਾਣੀ। ਮੈਨੂੰ ਡਰ ਹੈਗਾ ਕਿ ਕਿਤੇ ਹੌਲੀ ਹੌਲੀ ਡਿਸਪੀਅਰ ਨਾ ਹੋ ਜਾਏ। ਮੈਂ ਕਿਹਾ ਨਹੀਂ, ਡਿਸਪੀਅਰ ਨਹੀਂ ਹੁੰਦੀ, ਅਸੀਂ ਜਦੋਂ ਥੋੜੇ ਵੀ ਹੋਵਾਂਗੇ ਫਿਰ ਉਹਨੂੰ ਬਾਅਦ 'ਚ ਕੱਢ ਲਿਆਵਾਂਗੇ, ਪਰ ਇਹ ਅਸਲੀਅਤ ਹੈਗੀ ਸਰ। ਬਿਲਕੁਲ ਸਰ, ਤੁਹਾਡੀ ਗੱਲ ਨਾਲ ਮੈਂ ਐਗਰੀ ਕਰਦਾ। ਇਹ ਤੁਸੀਂ ਮਤਲਬ ਸਿੱਖ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਦੇਖੋ, ਕਦੀ ਪਾਰਕ ਦੇ ਵਿੱਚ ਚਲ ਜਾਓ, ਮੈਂ ਤਾਂ ਯੂਨੀਵਰਸਿਟੀ ਦੇਖਦਾ ਰਿਹਾ, ਹੈਰਾਨ ਹੁੰਦਾ ਸੀਗਾ ਕਿ ਸਿੱਖ ਸੰਸਥਾਵਾਂ 'ਚ ਬੱਚੇ ਜਿਹੜੇ ਪੜ੍ਹਦੇ ਹੁੰਦੇ, ਜਦੋਂ ਪਾਰਕ 'ਚ ਖੇਡਦੇ ਹੁੰਦੇ ਸੀਗੇ, ਉਹ ਉੱਥੇ ਹਿੰਦੀ ਬੋਲਦੇ ਸੀ। ਕਾਰਨ ਕੀ ਆ ਕਿ ਜਿਹੜਾ ਇਹ ਖਾਸ ਕਰਕੇ ਵਿਦਿਅਕ ਵਰਤਾਰਾ ਹੈ,
ਜਾਂ ਜਿਹੜੇ ਸਕੂਲਿੰਗ ਹੈ ਜਾਂ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਵਰਗੇ ਮਾਸਟਰ ਲੱਗੇ ਆ, ਅਲਟੀਮੇਟਲੀ ਸਮੱਸਿਆ ਉੱਥੋਂ ਵੀ ਸ਼ੁਰੂ ਹੁੰਦੀ ਆ, ਕੁਝ ਘਰ ਵਾਲੇ ਪਾਸਿਓਂ ਹੁੰਦੀ ਆ। ਇਹ ਸਵਾਲ ਬਹੁਤ ਵੱਡਾ ਹੈ ਔਰ ਖਾਸ ਕਰਕੇ ਸਰਕਾਰਾਂ ਨੂੰ ਇਸ ਮਾਮਲੇ 'ਚ ਬਹੁਤ ਕੌਸ਼ੀਅਸ ਹੋਣਾ ਚਾਹੀਦਾ। ਜਦੋਂ ਕਹਿੰਦੇ ਵੋਟ ਪੰਜਾਬੀ 'ਚ ਲੱਗਣੇ ਚਾਹੀਦੇ ਆ, ਜਦੋਂ ਕਹਿੰਦੇ ਸਾਰਾ ਕੁਝ ਪੰਜਾਬੀ 'ਚ ਹੋਣਾ ਚਾਹੀਦਾ, ਤਾਂ ਘੱਟੋ ਘੱਟ ਆਪ ਵੀ ਜੇ ਪ੍ਰੈਕਟਿਸ ਕਰ, ਤੁਸੀਂ ਸਰ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿਓ, ਲੋਕੀ ਆਪੇ ਫੋਲੋ ਕਰ ਲੈਂਦੇ ਆ। ਤੇ ਜਦੋਂ ਅਸੀਂ ਆਪ ਹੀ ਨਹੀਂ ਕਰਦੇ ਤਾਂ ਫਿਰ ਲੋਕਾਂ ਨੂੰ ਕਹਿਦਾ ਬਹੁਤਾ। ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ।